ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੱਖ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਬਹੁਤ ਨਿੱਘਾ ਸਵਾਗਤ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਜਿਹਦੇ 'ਚ ਅਸੀਂ ਰੀਵਿਜ਼ਿਟ ਕਰਾਂਗੇ ਭੁੱਲੀਆਂ ਵਿਸਰੀਆਂ ਯਾਦਾਂ ਨੂੰ। ਇਹ ਪ੍ਰੋਗਰਾਮ ਹੈਗਾ ਹੈ ਜੀ ਡਾਕਟਰ ਜੋਗਿੰਦਰ ਸਿੰਘ ਤੇਜ ਖੁਰਾਨਾ ਜੀ ਦੇ ਬਾਰੇ, ਜਿਨ੍ਹਾਂ ਨੇ ਭੁੱਲੀਆਂ ਵਿਸਰੀਆਂ ਯਾਦਾਂ ਦੇ ਝਰੋਖੇ ਬੁੱਕਸ ਜਿਹੜੀਆਂ ਨੇ ਕਈ ਭਾਗਾਂ ਦੇ ਵਿੱਚ ਲਿਖੀਆਂ ਨੇ। ਇਹ ਉਹ ਭੁੱਲੀਆਂ ਵਿਸਰੀਆਂ ਯਾਦਾਂ ਨੇ ਜਿਹੜਾ ਕਿ ਉਹ ਆਪਣੀ ਕਮਿਊਨਿਟੀ ਦੀ ਜਿਹੜੀ ਯਾਦਾਂ ਦੱਸ ਰਹੇ ਨੇ, ਆਪਣੇ ਬਚਪਨ ਦੀ ਜਿਹੜੀਆਂ ਨੇ ਯਾਦਾਂ ਦੱਸ ਰਹੇ ਨੇ, ਆਪਣੀ ਆਪ ਬੀਤੀ ਜਿਹੜੀ ਦੱਸ ਰਹੇ ਨੇ, ਦੂਸਰਿਆਂ ਦੀ ਆਪ ਬੀਤੀ ਜਿਹੜੀ ਦੱਸ ਰਹੇ ਨੇ। ਇਹ ਉਹ ਯਾਦਾਂ ਨੇ ਜਿਹੜੇ ਕਿ ਬਹੁਤ ਹੀ ਗਹਿਰੀ ਇੱਕ ਦਿਲ ਦੀ ਜਿਹੜੀ ਆਪਾਂ ਕਹਿੰਦੇ ਹਾਂ ਸੀਮਾਵਾਂ ਉੱਥੋਂ ਨਿਕਲੀਆਂ ਨੇ। ਐਂਡ ਵੀ ਆਰ ਸ਼ੋਰ ਕਿ ਜਿਹੜੀ ਵੀ ਉਹਨਾਂ ਨੇ ਗੱਲਾਂ ਇਸ ਬੁੱਕ ਦੇ ਵਿੱਚ ਲਿਖੀਆਂ ਨੇ, ਦੈਟਸ ਨਾਟ ਜਸਟ ਹਿਜ਼ ਓਨ ਐਕਸਪੀਰੀਅੰਸ। ਇਟ ਟਾਕਸ ਅਬਾਊਟ ਵੇਰੀਅਸ ਪੀਪਲਸ ਚਾਈਲਡਹੁੱਡ ਜਿਹੜੇ ਕਿ ਆਏ ਸੀਗੇ ਅਫਗਾਨਿਸਤਾਨ ਦੀ ਧਰਤੀ ਤੋਂ। ਉਹ ਧਰਤੀ ਜਿੱਥੇ ਕਿ ਸਾਡੀ ਹਿਸਟਰੀ ਜਿਹੜੀ ਆ ਬਹੁਤ ਜ਼ਿਆਦਾ ਆ, ਸਾਡਾ ਇਤਿਹਾਸ ਆ, ਸਾਡਾ ਕਲਚਰ ਉੱਥੇ ਬਹੁਤ ਬਣਿਆ ਆ। ਗੁਰੂ ਮਹਾਰਾਜ ਦੀ ਇੰਨੀ ਦਾਤ, ਇੰਨੀ ਬਖਸ਼ਿਸ਼ ਹੋਈ ਆ ਉਸ ਧਰਤੀ ਨੂੰ, ਲੇਕਿਨ ਫਿਰ ਵੀ ਅੱਜ ਅਸੀਂ ਉੱਥੇ ਰਹਿਣ ਵਾਲੀ ਆਪਣੀ ਹੀ ਕਮਿਊਨਿਟੀ, ਉੱਥੇ ਦੀ ਸਾਡੇ ਆਪਣੇ ਹੀ ਗੁਰਦੁਆਰੇ, ਉੱਥੇ ਸਾਡੇ ਆਪਣੇ ਹੀ ਜਿਹੜੇ ਮਹਾਰਾਜ ਦੇ ਸਰੂਪ ਨੇ, ਉਹਨਾਂ ਨੂੰ ਅਸੀਂ ਭੁੱਲ ਚੁੱਕੇ ਹਾਂ। ਹੋਰ ਅੱਗੇ ਗੱਲਬਾਤ ਨਾ ਕਰਦੇ ਹੋਏ ਅਸੀਂ ਜੀ ਫਤਿਹ ਬੁਲਾਉਂਦੇ ਹਾਂ ਡਾਕਟਰ ਜੋਗਿੰਦਰ ਸਿੰਘ ਤੇਜ ਖੁਰਾਨਾ ਜੀ ਨੂੰ। ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲੇ ਮੈਂ ਸਿੱਖ ਚੈਨਲ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਸਮਾਂ ਬਖਸ਼ਿਆ ਕਿ ਅੱਜ ਮੈਂ ਆਪਣੀ ਲਿਖੀ ਹੋਈ ਕਿਤਾਬ ਆਪਣੇ ਐਕਸਪੀਰੀਅੰਸ ਬਾਰੇ, ਜੋ ਲਗਭਗ 50 ਸਾਲਾਂ ਤੋਂ ਮੈਂ ਸਾਰੀਆਂ ਇਹ ਮਿੱਠੀਆਂ ਭੁੱਲੀਆਂ ਵਿਸਰੀਆਂ ਯਾਦਾਂ ਨੂੰ ਇਕੱਠਾ ਕਰਕੇ ਇੱਕ ਡਾਇਰੀ 'ਚ ਲਿਖਿਆ ਸੀ, ਅਤੇ ਅੱਜ ਉਹ ਕਿਤਾਬਾਂ ਦੇ ਰੂਪ ਵਿੱਚ ਸੰਗਤਾਂ ਦੇ ਹੱਥ ਕਮਲਾਂ ਵਿੱਚ ਹਨ। ਉਸ ਬਾਰੇ ਆਪ ਜੀਆਂ ਨਾਲ ਜਾਣਕਾਰੀਆਂ ਸਾਂਝੀਆਂ ਕਰਾਂ। ਮੈਂ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਜੀ, ਇੱਥੇ ਅਸੀਂ ਆ ਕੇ ਦੇਖ ਰਹੇ ਹਾਂ ਤੁਹਾਡੀ ਜਿਹੜੀ ਸੇਵਾ ਆ ਉਹ ਇਕੱਲੀ ਗੁਰਦੁਆਰਿਆਂ ਦੇ ਵਿੱਚ ਹੀ ਨਹੀਂ, ਤੁਸੀਂ ਆਪਣੀ ਸੇਵਾ ਇੱਕ ਨੌਲੇਜ ਰੂਪ ਦੇ ਵਿੱਚ ਕੀਤੀ ਆ, ਜਿਹੜੀ ਕਿ ਆਉਣ ਵਾਲੀ ਪਨੀਰੀ ਦੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇੱਕ ਤਰੀਕੇ ਦੀ ਸੇਵਾ ਹੁੰਦੀ ਆ ਜਿਹੜੀ ਅਸੀਂ ਅੱਜ ਕਰਦੇ ਹਾਂ ਅਤੇ ਉਹ ਅੱਜ ਹੀ ਜਿਹੜੀ ਆ ਵਰਤੀ ਜਾਂਦੀ ਆ, ਪਰ ਜਿਹੜੀ ਸੇਵਾ ਤੁਸੀਂ ਕਰਦੇ ਆ, ਇਸ ਸੇਵਾ ਦਾ ਮੇਵਾ ਜਿਹੜਾ ਆ ਇਹ ਆਉਣ ਵਾਲੀ ਪਨੀਰੀ ਜਿਹੜੀ ਆ ਲੈਣ ਵਾਲੀ ਆ। ਜਿਹੜੀ ਨੌਲੇਜ ਹੁੰਦੀ ਆ ਉਹ ਆਪਣੇ ਵੱਡੇ ਹੀ ਸਾਨੂੰ ਛੋਟਿਆਂ ਨੂੰ ਦੇ ਸਕਦੇ ਆ। ਪਾਸਟ ਹਿਸਟਰੀ ਦੀ ਜਿਹੜੀ ਸਿਖਾਵਾਂ ਹੁੰਦੀਆਂ ਨੇ, ਲੈਸਨਸ ਹੁੰਦੇ ਨੇ ਫਰੋਮ ਸਟੋਰੀਜ਼, ਲੈਸਨ ਜਿਹੜੇ ਸਿੱਖਣ ਵਾਲੇ ਹੁੰਦੇ ਆ ਉਹ ਜਦੋਂ ਵੱਡੇ ਦੱਸਦੇ ਨੇ ਤਾਂ ਹੀ ਛੋਟੇ ਜਿਹੜੇ ਨੇ ਸਿੱਖਦੇ ਨੇ। ਅਤੇ ਤੁਸੀਂ ਆ ਇੰਨੀ ਵੱਡੀ ਸੇਵਾ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਪਤਾ ਨਹੀਂ ਕਿੰਨੀ ਬੁੱਕਸ ਜਿਹੜੀਆਂ ਨੇ ਇੱਥੇ ਪਈਆਂ ਨੇ, ਅਤੇ ਤੁਸੀਂ ਟਾਈਮ ਸਿਰ ਕਰੀ ਜਾਂਦੇ ਆ। ਤੁਹਾਡੇ ਵਿੱਚ ਇੰਨੀ ਇੰਸਪੀਰੇਸ਼ਨ ਕਿ ਮੈਂ ਆਪਣੀ ਨੌਲੇਜ ਜਿਹੜੀ ਆ ਪੇਪਰ 'ਤੇ ਪਾ ਕੇ, ਉਹਨੂੰ ਛਪਾ ਕੇ ਸਾਰਿਆਂ ਦੇ ਵਿੱਚ ਫਰੀ ਬੁੱਕਸ ਜਿਹੜੀਆਂ ਨੇ ਦੇਣੀਆਂ ਨੇ, ਇਹ ਬਹੁਤ ਵੱਡਾ ਦਿਲ ਚਾਹੀਦਾ ਆ। ਇਹਦੇ ਵਾਸਤੇ ਬਹੁਤ ਵੱਡੀ ਇੱਕ ਟਾਈਮ ਦੀ ਸੇਵਾ ਚਾਹੀਦੀ ਹੁੰਦੀ ਆ। ਇਹ ਤੁਹਾਡੇ ਵਿੱਚ ਇੰਸਪੀਰੇਸ਼ਨ ਇੰਨੀ ਕਿੱਦਾਂ ਆਈ? ਪ੍ਰੀਤ ਜੀ, ਐਕਚੁਅਲੀ ਕੁਛ ਚੀਜ਼ਾਂ ਲੋਕ ਪ੍ਰੇਰਕ ਹੋ ਕੇ ਲਿਖਦੇ ਨੇ, ਕੁਛ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਆਦਮੀ ਮਜਬੂਰ ਹੋ ਕੇ ਲਿਖਦਾ ਹੈ। ਸੱਚ ਤਾਂ ਇਹ ਹੈ ਕਿ ਜਦੋਂ ਮੈਂ ਅਫਗਾਨਿਸਤਾਨ ਵਿੱਚ ਬਚਪਨ ਵਿੱਚ ਹੋਸ਼ ਸੰਭਾਲਿਆ ਤਾਂ ਉੱਥੋਂ ਦੇ ਵਸਨੀਕ ਲੋਕ ਸਾਨੂੰ ਅਫਗਾਨ ਹਿੰਦੂ ਸਿੱਖਾਂ ਨੂੰ ਉਹ ਅਫਗਾਨੀ ਮੰਨਦੇ ਨਹੀਂ ਸਨ ਕਿ ਇਹ ਅਫਗਾਨ ਹੈ ਨਹੀਂ ਅਤੇ ਇਹ ਭਾਰਤ ਤੋਂ ਆਏ ਹਨ। ਕਈ ਤਰ੍ਹਾਂ ਦੇ ਮੈਨੂੰ ਸਵਾਲ ਕਰਦੇ ਸਨ ਕਿ ਤੁਸੀਂ ਕਦੋਂ ਇੱਥੇ ਆਏ ਹੋ ਅਤੇ ਕਦੋਂ ਫਿਰ ਆਪਣੇ ਮੁਲਕ ਨੂੰ ਜਾਓਗੇ। ਇਹ ਚੀਜ਼ਾਂ ਸਨ ਜੋ ਮੈਨੂੰ ਹਮੇਸ਼ਾ ਸੋਚਣ ਨੂੰ ਮਜਬੂਰ ਕਰਦੀਆਂ ਸਨ, ਅਤੇ ਮੈਂ ਆਪਣੇ ਪਿਤਾ ਜੀ ਦਾ ਸਹਾਰਾ ਲੈ ਕੇ, ਕਿਉਂਕਿ ਉਹਨਾਂ ਨੂੰ ਵੀ ਇਤਿਹਾਸ ਇਕੱਠਾ ਕਰਨ ਦਾ ਬਹੁਤ ਸ਼ੌਕ ਸੀ, ਅਤੇ ਉਹਨਾਂ ਨਾਲ ਬੈਠ ਕੇ ਮੈਂ ਆਪਣੇ ਸਵਾਲ ਪੁੱਛਦਾ ਰਹਿੰਦਾ ਸਾਂ, ਉਹ ਮੈਨੂੰ ਜਵਾਬ ਦਿੰਦੇ ਰਹਿੰਦੇ ਸਨ, ਅਤੇ ਮੈਂ ਇੱਕ ਛੋਟੀ ਜਿਹੀ ਡਾਇਰੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਖੁਸ਼ਕਿਸਮਤੀ ਨਾਲ ਮੈਨੂੰ ਬਹੁਤ ਕੁਛ ਮਿਲ ਗਿਆ, ਔਰ ਅੱਗੇ ਜਾ ਕੇ ਗੁਰੂ ਦੀ ਇਤਨੀ ਕਿਰਪਾ ਹੋਈ ਕਿ ਮੈਂ ਅਫਗਾਨਿਸਤਾਨ ਦੇ ਵਿਚਕਾਰ ਡਾਕਟਰ ਆਫ ਮੈਡੀਸਨ ਬਣਿਆ। ਮੈਨੂੰ MD ਦੀ ਡਿਗਰੀ ਵੀ ਮਿਲੀ, ਅਤੇ ਅਫਗਾਨਿਸਤਾਨ ਦੇ ਵਿਚਕਾਰ ਅਫਗਾਨ ਹਿੰਦੂ ਸਿੱਖਾਂ ਲਈ ਪੜ੍ਹਨਾ ਬੜਾ ਮੁਸ਼ਕਿਲ ਸੀ, ਕਿਉਂਕਿ ਕਾਫੀ ਦੁੱਖ ਸਹਾਰਨੇ ਪੈਂਦੇ ਸਨ, ਕਾਫੀ ਸੰਘਰਸ਼ ਕਰਨਾ ਪੈਂਦਾ ਸੀ। ਜਦੋਂ ਅਸੀਂ ਘਰੋਂ ਵੀ ਸਕੂਲ ਜਾਂਦੇ ਸਾਂ, ਸਾਡੇ ਨਾਲ ਕਈ ਤਰ੍ਹਾਂ ਦੇ ਮਤਭੇਦ ਹੁੰਦੇ ਸਨ, ਪਰ ਫਿਰ ਵੀ ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੀ ਡਾਕਟਰੀ ਵਿਦਿਆ ਪਾਸ ਕਰਕੇ ਮੈਨੂੰ MD ਦੀ ਡਿਗਰੀ ਮਿਲੀ, ਮੈਂ ਸੋਚਿਆ
ਕਿ ਸਾਡੇ ਅਫਗਾਨਿਸਤਾਨ ਦੇ ਲੋਕਾਂ ਵਿੱਚ ਪੜ੍ਹੇ ਲਿਖੇ ਲੋਕ ਘੱਟ ਹਨ। ਕਾਰਨ ਵੀ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਨਾਲ ਮਤਭੇਦ ਹੋ ਰਹੇ ਸਨ ਅਤੇ ਮੈਨੂੰ ਕੁਝ ਕਰਨਾ ਚਾਹੀਦਾ ਹੈ। ਇਸ ਲਈ ਮੈਂ ਇੱਕ ਤਾਂ ਆਪਣੀ ਡਾਕਟਰੀ ਵੱਲ ਵੀ ਧਿਆਨ ਦਿੱਤਾ, ਫਿਰ ਉੱਥੋਂ ਦੀ ਇੱਕ 100 ਸਾਲ ਪੁਰਾਣੀ ਸੰਸਥਾ ਜਿਸ ਨੂੰ ਖਾਲਸਾ ਦੀਵਾਨ ਅਫਗਾਨਿਸਤਾਨ ਕਹਿੰਦੇ ਨੇ, ਉਹਦੀ ਮੈਂਬਰਸ਼ਿਪ ਵੀ ਮੈਨੂੰ 1974 'ਚ ਮਿਲ ਗਈ ਔਰ ਬੜੀ ਯੰਗ ਏਜ ਵਿੱਚ ਮੈਂ ਉਸ ਸੰਸਥਾ ਦਾ ਜਨਰਲ ਸੈਕਟਰੀ ਬਣ ਗਿਆ। ਬਾਅਦ ਵਿੱਚ ਮੇਰੀ ਕਲਾਤਮਕ ਜਿਹੜੇ ਗੁਣ ਸਨ ਉਹ ਵੀ ਲੋਕਾਂ ਨੂੰ ਪਸੰਦ ਆਉਣ ਲੱਗੇ ਅਤੇ ਸਲੋਲੀ ਮੈਨੂੰ ਉਹਨਾਂ ਨੇ ਵੋਟ ਦੇ ਕੇ ਅਫਗਾਨਿਸਤਾਨ ਦੀ ਗ੍ਰੈਂਡ ਅਸੈਂਬਲੀ ਦਾ ਮੈਂਬਰ ਵੀ ਬਣਾ ਲਿੱਤਾ। ਸੋ ਇਹ ਸਾਰੀਆਂ ਚੀਜ਼ਾਂ ਤੋਂ ਹੁੰਦਿਆਂ ਮੇਰੇ ਸਾਹਮਣੇ ਬਹੁਤ ਕੁਛ ਗੁਜ਼ਰਦਾ ਰਿਹਾ। ਮੈਂ ਉਹ ਅਤਿਆਚਾਰ ਵੀ ਦੇਖੇ ਅਫਗਾਨ ਨਿਹੱਥੇ ਹਿੰਦੂ ਸਿੱਖਾਂ 'ਤੇ। ਮੈਂ ਆਪਣੇ ਇਤਿਹਾਸ ਨੂੰ ਵੀ ਇਕੱਠਾ ਕਰਦਾ ਰਿਹਾ ਔਰ ਇਹ ਸਾਰਾ ਕੁਛ ਜਦੋਂ ਮੈਂ ਇਕੱਠਾ ਕੀਤਾ 1992 ਵਿੱਚ ਦੇਸ਼ ਦੇ ਇਤਨੇ ਹਾਲਾਤ ਖਰਾਬ ਗਏ ਕਿ ਸਾਨੂੰ ਉੱਥੋਂ ਪ੍ਰਵਾਸ ਹੋਣਾ ਪਿਆ। ਅਤੇ ਫਿਰ ਮੈਂ ਜਦੋਂ ਲੰਦਨ ਪਹੁੰਚਿਆ ਅਤੇ ਸੋਚਿਆ ਕਿ ਮੈਂ ਆਪਣਾ ਸਾਰਾ ਐਕਸਪੀਰੀਅੰਸ ਹੈਜ਼ ਅ ਡਾਕਟਰ, ਹੈਜ਼ ਅ ਮੈਂਬਰ ਆਫ ਗ੍ਰੈਂਡ ਅਸੈਂਬਲੀ, ਹੈਜ਼ ਅ ਜਨਰਲ ਸੈਕਟਰੀ ਆਫ ਖਾਲਸਾ ਦੀਵਾਨ ਅਫਗਾਨਿਸਤਾਨ ਜੋ ਮੈਂ ਇਕੱਠਾ ਕਰ ਪਾਇਆ ਹਾਂ, ਇਹ ਮੈਂ ਇਕੱਠਾ ਕਰਕੇ ਆਪਣੇ ਲੋਕਾਂ ਤੱਕ ਪਹੁੰਚਾ ਸਕਾਂ ਜਿਨ੍ਹਾਂ ਨੂੰ ਸਾਡੇ ਬਾਰੇ ਇਤਨੀ ਜਾਣਕਾਰੀਆਂ ਨਹੀਂ ਹਨ। ਨਾਲੇ ਸਾਡੇ ਬੱਚੇ ਜਿਹੜੇ ਤਕਰੀਬਨ 40 ਸਾਲ ਤੋਂ ਅਫਗਾਨਿਸਤਾਨ ਦੀ ਘਰੇਲੂ ਲੜਾਈ ਦੇ ਕਾਰਨ ਅਫਗਾਨਿਸਤਾਨ ਨੂੰ ਛੋੜ ਕੇ ਬਾਹਰਲੇ ਮੁਲਕਾਂ ਨੂੰ ਚਲੇ ਗਏ ਹਨ, ਉਹਨਾਂ ਨੂੰ ਵੀ ਜਿਨ੍ਹਾਂ ਦੀ ਉਮਰ 40-50 ਸਾਲ ਹੈ, ਉਹਨਾਂ ਨੂੰ ਵੀ ਅਫਗਾਨਿਸਤਾਨ ਬਾਰੇ ਇਤਨੀ ਜਾਣਕਾਰੀਆਂ ਨਹੀਂ ਹਨ। ਇਸ ਲਈ ਮੈਂ ਫੈਸਲਾ ਕੀਤਾ ਤਾਂ ਕਿ ਇਹ ਕਿਤਾਬ ਲਿਖੇ ਉਹਨਾਂ ਦੇ ਹੱਥ ਚਰਨਾਂ ਵਿੱਚ ਪੇਸ਼ ਕਰ ਸਕਾਂ ਤਾਂ ਕਿ ਉਹ ਸਾਰੀਆਂ ਜਾਣਕਾਰੀਆਂ ਪੜ੍ਹ ਕੇ ਜਾਣੂ ਹੋ ਸਕਣ। ਇੰਸਪੀਰੇਸ਼ਨਲ ਬੈਕਗਰਾਉਂਡ ਜੀ, ਅਤੇ ਜਿੱਦਾਂ ਕਿ ਡਾਕਟਰ ਜੀ ਨੇ ਦੱਸਿਆ ਆ ਹੀ ਹੈਜ਼ ਬਿਨ ਅ ਡਾਕਟਰ, ਹੁਣ ਰਿਟਾਇਰ ਹੋ ਚੁੱਕੇ ਨੇ ਅਤੇ ਨਾਲ ਦੀ ਨਾਲ ਇਹ ਐਕਸ ਮੈਂਬਰ ਆਫ ਅਫਗਾਨ ਗ੍ਰੈਂਡ ਅਸੈਂਬਲੀ ਵੀ ਸੀਗੇ, ਬਟ ਕਰੰਟਲੀ ਹੀ ਇਜ਼ ਆਲਸੋ ਵਰਕਿੰਗ ਵਿਦ ਦ ਚੈਰਿਟੀ ਖਾਲਸਾ ਦੀਵਾਨ ਅਫਗਾਨਿਸਤਾਨ UK। ਅਤੇ ਨਾਲ ਦੀ ਨਾਲ ਜਿੱਦਾਂ ਤੁਸੀਂ ਦੇਖ ਸਕਦੇ ਆ ਇਹ ਬਹੁਤ ਵੱਡੀ ਸੇਵਾ ਆ ਜਿਹੜੀ ਇਹ ਆਪਣਾ ਟਾਈਮ ਇੰਨਾ ਇਨਵੈਸਟ ਕਰਦੇ ਨੇ ਟੂ ਰਾਈਟ ਦੀਜ਼ ਨੌਲੇਜੇਬਲ ਬੁੱਕਸ, ਭੁੱਲੀਆਂ ਵਿਸਰੀਆਂ ਯਾਦਾਂ ਦੇ ਝਰੋਖੇ ਵਿਚ ਆਰ ਅਬਾਊਟ ਹਿਜ਼ ਐਂਡ ਹਿਜ਼ ਕਮਿਊਨਿਟੀਜ਼ ਐਕਸਪੀਰੀਅੰਸਿਸ in Afghanistan। ਤੇ ਬਿਫੋਰ ਵੀ ਗੋ ਹੈਡ ਐਂਡ ਟਾਕ ਅਬਾਊਟ ਦ ਬੁੱਕਸ, ਮੈਂ ਤੁਹਾਨੂੰ ਬਸ ਜਿਹੜੀ ਗ੍ਰੈਂਡ ਅਸੈਂਬਲੀ ਆਫ ਅਫਗਾਨਿਸਤਾਨ ਜਿਹੜੀ ਇਹ ਹੈਗੀ ਆ ਇਹਦੇ ਬਾਰੇ ਤੁਸੀਂ ਸੰਗਤਾਂ ਨੂੰ ਜੇ ਹੋਰ ਦੱਸੋਗੇ ਅਤੇ ਥੋੜ੍ਹਾ ਇਹਦੀ ਜਿਹੜੀ ਆ ਕਿ ਕਨਫਿਊਜ਼ਨ ਜਿਹੜੀ ਆ ਸੰਗਤਾਂ ਵਿੱਚ ਹੋ ਸਕਦੀ ਆ ਦੈਟ ਵਾਟ ਇਜ਼ ਇਟ ਅਬਾਊਟ, ਇਹ ਥੋੜ੍ਹੀ ਮਿਟੇਗੀ। ਸੋ ਤੁਸੀਂ ਇਹ ਜ਼ਰੂਰ ਦੱਸੋ ਦੈਟ ਐਜ਼ ਅ ਮੈਂਬਰ ਆਫ ਦਾ ਅਸੈਂਬਲੀ ਵਾਟ ਵਾਜ਼ ਯੋਰ ਰੋਲ, ਵਾਟ ਇਜ਼ ਦਿਸ ਅਸੈਂਬਲੀ ਅਬਾਊਟ? ਐਕਚੁਅਲੀ ਮੈਂ ਆਪਣੀ ਕਿਤਾਬ ਵਿੱਚ ਵੀ ਇੱਕ ਟੌਪਿਕ, ਇੱਕ ਅਧਿਆਇ ਪਾਇਆ ਹੋਇਆ ਕਿ ਅਫਗਾਨਿਸਤਾਨ ਦੀ ਰਾਜਨੀਤੀ, ਪੋਲੀਟੀਕਲ ਸਟਰਕਚਰ ਆਫ ਅਫਗਾਨਿਸਤਾਨ ਐਜ਼ ਡਿਵਾਈਡਡ ਐਨ ਅਪਰ ਹਾਊਸ ਆਫ ਕਾਮਨ ਐਂਡ ਲੋਅਰ ਹਾਊਸ ਆਫ ਕਾਮਨ। ਸੋ ਇਹ ਦੋਨੋਂ ਮਿਲ ਕੇ ਪਲੱਸ ਸੂਬਾਈ ਕੌਂਸਲਾਂ ਨੂੰ ਮਿਲਾ ਕੇ ਅਫਗਾਨਿਸਤਾਨ ਦੀ ਰਾਜਨੀਤੀ ਬਣਦੀ ਹੈ, ਜਿਸ ਦੇ ਜਿਹੜੇ ਸਰਬਰਾਹ ਹੁੰਦੇ ਨੇ ਉਹ ਰਾਸ਼ਟਰਪਤੀ ਹੁੰਦੇ ਨੇ ਦੇਸ਼ ਦੇ। ਅਤੇ ਉਸ ਤੋਂ ਬਾਅਦ ਇੱਕ ਬਹੁਤ ਹੀ ਵੱਡੀ ਇੱਕ ਕਲਚਰ ਤੁਰਿਆ ਸੀ ਅਫਗਾਨਿਸਤਾਨ ਦੇ ਵਿਚਕਾਰ ਜਦੋਂ ਪਾਰਲੀਮੈਂਟ ਸਿਸਟਮ ਨਹੀਂ ਸੀ ਸ਼ੁਰੂ ਹੋਇਆ। ਉਸ ਨੂੰ ਲੋਇਆ ਜਿਰਗਾ ਕਹਿੰਦੇ ਸਨ। ਜਿਰਗਾ ਦਾ ਮਤਲਬ ਇੱਕ ਕੌਂਸਲ, ਇੱਕ ਇਕੱਠ, ਔਰ ਲੋਇਆ ਦਾ ਮਤਲਬ ਵੱਡਾ, ਇੱਕ ਵੱਡੀ ਇਕੱਠ। ਔਰ ਉਹ ਵੱਡੀ ਇਕੱਠ ਜਿਹੜੀ ਹੈਗੀ ਉਹ 1709 ਤੋਂ ਸ਼ੁਰੂ ਹੋਈ ਹੈ ਅਤੇ ਅੱਗੇ ਜਾ ਕੇ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਸਮੇਂ ਜਿਨ੍ਹਾਂ ਨੇ ਖੁਰਾਸਾਨ ਨੂੰ ਅਫਗਾਨਿਸਤਾਨ 'ਤੇ ਬਦਲ ਦਿੱਤਾ। ਅਫਗਾਨਿਸਤਾਨ ਦੇ ਅਲੱਗ-ਅਲੱਗ ਸਮਿਆਂ ਵਿੱਚ ਅਲੱਗ-ਅਲੱਗ ਨਾਮ ਸਨ, ਉਸ 'ਤੇ ਵੀ ਕਦੀ ਸਮਾਂ ਮਿਲਿਆ ਅਸੀਂ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਾਂਗੇ। ਤਾਂ ਇਹ ਲੋਇਆ ਜਿਰਗਾ ਦਾ ਸਿਲਸਿਲਾ ਉੱਥੋਂ ਸ਼ੁਰੂ ਹੋਇਆ ਔਰ ਇਸ ਨੂੰ ਅਫਗਾਨਿਸਤਾਨ ਦੇ ਵਿਚਕਾਰ ਪਖਤੂਨਵਲੀ ਦੂਤ ਕਹਿੰਦੇ ਨੇ। ਇੱਕ ਰਸਮ ਰਿਵਾਜ ਹੈ ਅਫਗਾਨਾਂ ਦੀ ਕਿ ਉਹ ਆਪਣੇ ਵੱਡੇ ਵੱਡੇ ਫੈਸਲੇ ਇਸ ਜਿਰਗੇ ਵਿੱਚ ਲੈਂਦੇ ਨੇ, ਇਸ ਇਕੱਠਾਂ ਹੀ ਰਹਿੰਦੇ ਨੇ। ਇਸ ਦੀਆਂ ਜਿਹੜੀਆਂ ਡਿਊਟੀਆਂ ਹੁੰਦੀਆਂ ਨੇ ਉਹ ਇਸ ਕਾਰਨ ਹਨ ਕਿ ਜਿਵੇਂ ਫਰਜ਼ ਕਰੋ ਅਚਾਨਕ ਕਿਸੇ ਦੇਸ਼ ਦੇ ਰਾਸ਼ਟਰਪਤੀ ਦੀ ਡੈਥ ਹੋ ਜਾਂਦੀ ਹੈ ਤਾਂ ਐਮਰਜੈਂਸੀ ਵਿੱਚ ਕਿਸ ਨੂੰ ਬਿਠਾਇਆ ਜਾਵੇ ਕੁਰਸੀ 'ਤੇ, ਜਾਂ ਐਮਰਜੈਂਸੀ ਹਾਲਤ ਐਲਾਨ ਕਰਨ ਦੀ ਜ਼ਰੂਰਤ ਪੈ ਜਾਂਦੀ, ਜਾਂ ਕੋਈ ਮਹਾਮਾਰੀ ਆ ਜਾਂਦੀ ਹੈ, ਜਾਂ ਕਿਸੇ ਦੇਸ਼ ਨਾਲ ਲੜਨਾ ਹੈ, ਜਾਂ ਦੇਸ਼ ਦੇ ਸੰਵਿਧਾਨ ਨੂੰ ਚੇਂਜ ਕਰਨਾ ਹੈ, ਸੋਧ ਕਰਨੀ ਹੈ, ਨਵਾਂ ਸੰਵਿਧਾਨ ਬਣਾਉਣਾ ਹੈ। ਇਹ ਸਾਰਾ ਕੁਛ ਜਿਹੜਾ ਹੈ, ਇਹ ਜਿਹੜੀ ਅਥਾਰਟੀ ਹੈ, ਅਧਿਕਾਰ ਹੈ, ਇਹ ਲੋਏ ਜਿਰਗੇ ਦਾ ਸੀ। ਸੋ ਇਹ ਵਕਤ ਸਮੇਂ ਕਾਫੀ ਹੋਏ ਨੇ ਜਿਹਦਾ ਪੂਰਾ ਇਤਿਹਾਸ ਆਪਣੀ ਕਿਤਾਬ ਵਿੱਚ ਪਾਇਆ ਹੋਇਆ ਹੈ। ਸੋ ਜਦੋਂ 1990 ਵਿੱਚ ਅਫਗਾਨਿਸਤਾਨ ਦਾ ਨਵਾਂ ਸੰਵਿਧਾਨ ਬਣਿਆ ਸੀ, ਇਲੈਕਸ਼ਨ ਹੈ, ਔਰ ਉਸ ਇਲੈਕਸ਼ਨ ਵਿੱਚ ਮੇਰੇ ਜਿਹੜੇ ਅਫਗਾਨ ਹਿੰਦੂ ਸਿੱਖ ਹਨ, ਕਈ ਮੁਸਲਮਾਨਾਂ ਨੇ ਵੀ ਮੈਨੂੰ ਵੋਟ ਦਿੱਤੇ ਔਰ ਹੈਜ਼ ਅ ਮੈਂਬਰ ਆਫ ਗ੍ਰੈਂਡ ਅਸੈਂਬਲੀ ਮੈਂ ਉੱਥੇ ਗਿਆ ਅਤੇ ਉੱਥੇ ਦੇਸ਼ ਦਾ ਨਵਾਂ ਸੰਵਿਧਾਨ ਬਣਾਇਆ ਗਿਆ
ਜੋ ਲਗਭਗ 2004 ਤੱਕ ਉਹ ਸਾਰਾ ਚੱਲਿਆ ਜੀ। ਵੈਰੀ ਇੰਪੋਰਟੈਂਟ ਪੋਜੀਸ਼ਨ 'ਤੇ ਇਹ ਜਿਹੜੇ ਨੇ ਇਹਨਾਂ ਦਾ ਐਕਸਪੀਰੀਅੰਸ ਰਹਿ ਹੋਇਆ ਆ। ਸੋ ਡਾਕਟਰ ਜੀ, ਅੱਗੇ ਜੇ ਅਸੀਂ ਬੁੱਕਸ ਦੀ ਗੱਲ ਕਰੀਏ, ਹੁਣ ਮੈਂ ਦੇਖ ਰਹੀ ਹਾਂ ਕਿ ਜਦੋਂ ਤੁਸੀਂ ਗੱਲਬਾਤਾਂ ਕਰਦੇ ਸੀਗੇ ਮੈਂ ਬੁੱਕਸ ਦੇ ਟੌਪਿਕਸ ਦੇਖ ਰਹੀ ਸੀਗੀ। ਓਬਵੀਅਸਲੀ ਦੀਜ਼ ਆਰ ਹਿਜ਼ ਮੇਨ ਬੁੱਕਸ, ਭੁੱਲੀਆਂ ਵਿਸਰੀਆਂ ਯਾਦਾਂ ਦੇ ਝਰੋਖੇ, ਅਤੇ ਇੱਥੇ ਵੀ ਹੋਰ ਵੀ ਇਹਨਾਂ ਦੀ ਕਈ ਸੇਵਾਵਾਂ ਰਹਿ ਚੁੱਕੀਆਂ ਨੇ, ਚੈਰਿਟੀ ਖਾਲਸਾ ਦੀਵਾਨ ਬਾਰੇ ਅਤੇ ਧਰਮ ਅਤੇ ਬੰਦਗੀ ਬਾਰੇ, ਅਤੇ ਵੈਰੀ ਇੰਟਰਸਟਿੰਗ ਟੌਪਿਕਸ। ਕਈ ਰਾਈਟਰਸ ਹੋਰ ਵੀ ਹੋਣੇ ਆ ਡਾਕਟਰ ਜੀ ਜਿਹੜੇ ਕਿ ਇੰਨੇ ਪੋਪੂਲਰ ਉਹਨਾਂ ਦਾ ਕੰਮ ਨਹੀਂ ਹੈਗਾ ਆ। ਓਬਵੀਅਸਲੀ ਅਫਗਾਨਿਸਤਾਨ ਬਾਰੇ, ਸਿੱਖੀ ਬਾਰੇ ਉਹਨਾਂ ਨੇ ਲਿਖਿਆ ਹੋਣਾ, ਇਤਿਹਾਸ ਲਿਖਿਆ ਹੋਣਾ, ਅਤੇ ਇਹ ਕਿਹੜੇ ਰਾਈਟਰਸ ਦੇ ਦੁਆਰਾ ਸਿੱਖੀ ਇਤਿਹਾਸ ਇਨ ਅਫਗਾਨਿਸਤਾਨ, ਸਿੱਖੀ ਬਾਰੇ, ਉੱਥੇ ਗੁਰਦੁਆਰਿਆਂ ਬਾਰੇ, ਸਾਡੇ ਇਤਿਹਾਸ ਬਾਰੇ, ਇਹ ਪਹਿਲਾਂ ਕੋਈ ਇੱਦਾਂ ਬੁੱਕਸ ਲਿਖੀਆਂ ਗਈਆਂ ਨੇ? ਕਿਉਂਕਿ ਜਿੱਦਾਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਮੈਂਸ਼ਨ ਕੀਤਾ ਸੀ, ਅਸੀਂ ਭੁੱਲਦੇ ਜਾ ਰਹੇ ਹਾਂ ਸਾਡੇ ਭਰਾਵਾਂ ਨੂੰ, ਭੈਣਾਂ ਨੂੰ, ਜਿਹੜੇ ਕਿ ਉੱਥੇ ਰਹਿੰਦੇ ਆ, ਜਿਹੜੇ ਕਿ ਸਾਡੀ ਇੰਨੀ ਰਿਚ ਸਾਡੀ ਹੈਰੀਟੇਜ ਹਿਸਟਰੀ ਹੈਗੀ ਆ ਇਨ ਅਫਗਾਨਿਸਤਾਨ। ਦੈਟ ਇਜ਼ ਵਾਈ ਅ ਲੋਟ ਆਫ ਦ ਵਰਲਡ ਇਜ਼ ਸਟਿਲ ਨਾਟ ਅਵੇਅਰ ਕਿ ਹੋਰ ਕਿਹੋ ਜਿਹਾ ਇਤਿਹਾਸ, ਕਿਹੋ ਜਿਹੇ ਰਾਈਟਰਸ ਨੇ ਜਿਹੜੇ ਕਿ ਹੋਏ ਨੇ ਇਨ ਦ ਪਾਸਟ ਹੂ ਹੈਵ ਰਿਟਨ ਅਬਾਊਟ ਦਿਸ ਟੌਪਿਕ। ਸੋ ਇਹਦੇ ਬਾਰੇ ਵੀ ਸਾਡੀ ਸੰਗਤਾਂ ਨੂੰ ਥੋੜ੍ਹਾ ਜਾਣਨਾ ਹੁੰਦਾ। ਮੈਂ ਉਹਨਾਂ ਇਤਿਹਾਸਕਾਰਾਂ ਦੇ ਨਾਮਾਂ ਦਾ ਜ਼ਿਕਰ ਕਰਕੇ ਜਿਨ੍ਹਾਂ ਨੇ ਇੱਕ ਰਸਤਾ ਖੋਲ੍ਹ ਦਿੱਤਾ ਸਾਡੇ ਵਾਸਤੇ, ਅਤੇ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ। ਗੱਲ ਤਾਂ ਇਹ ਸੀ ਕਿ ਅਫਗਾਨਿਸਤਾਨ ਦੇ ਵਿਚਕਾਰ ਜਿਤਨੇ ਵੀ ਲਿਖਾਰੀ ਸਨ ਉਹ ਮੁਸਲਮਾਨ ਸਨ, ਪਰ ਉੱਥੇ ਇੱਕ ਡਰ ਹੁੰਦਾ ਸੀ, ਇੱਕ ਖੌਫ ਹੁੰਦਾ ਸੀ, ਉਹ ਸਾਡੇ ਬਾਰੇ ਲਿਖਣ ਤੋਂ ਕਨੀ ਕਤਰਾਉਂਦੇ ਸਨ। ਪਰ ਗੁਰੂ ਦੀ ਬਹੁਤ ਅਪਾਰ ਕਿਰਪਾ ਹੋਈ ਕਿ 1952 ਦੇ ਵਿੱਚ ਪ੍ਰੋਫੈਸਰ ਗੰਡਾ ਸਿੰਘ ਜੀ ਅਫਗਾਨਿਸਤਾਨ ਆਏ, ਅਤੇ ਉਹਨਾਂ ਨੇ ਸਾਰੇ ਗੁਰਦੁਆਰਿਆਂ ਦਾ ਵਿੱਚ ਫਿਰ ਕੇ ਜੋ ਵੀ ਇਤਿਹਾਸਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਨ, ਉਹਨਾਂ ਬਾਰੇ ਜਾਣਕਾਰੀਆਂ ਉਹਨੇ ਸਾਂਝੇ ਕੀਤੀਆਂ। ਸਾਡੇ ਹੈਰੀਟੇਜ ਬਾਰੇ ਉਹਨਾਂ ਨੇ ਬੜਾ ਕੁਝ ਲਿਖਿਆ ਹੋਇਆ ਹੈ, ਜੋ ਬਹੁਤ ਹੀ ਇੱਕ ਸੁੰਦਰ ਕਿਤਾਬ ਹੈ, ਮੈਨੂੰ ਬਹੁਤ ਅੱਛੀ ਲੱਗਦੀ। ਹਾਲਾਂਕਿ ਉਸਨੇ ਉਸਨੂੰ ਨਾਂ ਦਿੱਤਾ ਹੋਇਆ ਹੈ ਕਿ ਅਫਗਾਨਿਸਤਾਨ ਵਿੱਚ ਇੱਕ ਮਹੀਨਾ, ਇੱਕ ਸਫ਼ਰ ਉਸਦਾ ਆਪਣਾ ਇੱਕ ਮਹੀਨੇ ਦਾ ਸੀ, ਪਰ ਬੜੀ ਸੁੰਦਰ ਕਿਤਾਬ ਹੈ। ਬਾਅਦ ਦੇ ਵਿੱਚ ਸਾਡੇ ਵਿਚਕਾਰ ਪਹਿਲਾ ਇੱਕ ਲੇਖਕ, ਅਫਗਾਨਿਸਤਾਨ ਦੇ ਮਹਾਨ ਲੇਖਕ ਅਤੇ ਇਤਿਹਾਸਕਾਰ ਸਾਧੂ ਸਿੰਘ ਜੀ ਸਾਥੀ ਸਾਹਿਬ ਜੀ ਆਏ। ਉਹਨਾਂ ਨੇ ਇਹ ਕਿਤਾਬ ਲਿਖੀ ਜੋ ਉਹਨਾਂ ਨੇ ਖਾਲਸਾ ਦੀਵਾਨ ਅਫਗਾਨਿਸਤਾਨ ਬਾਰੇ ਇਤਿਹਾਸ ਲਿਖਿਆ, ਔਰ ਬੇਸਿਕ ਚੀਜ਼ਾਂ ਕਿ ਅਫਗਾਨਿਸਤਾਨ ਦੇ ਵਿਚਕਾਰ ਸਿੱਖੀ ਦਾ ਪ੍ਰਵੇਸ਼ ਕਿਵੇਂ ਹੋਇਆ। ਉਸ ਤੋਂ ਬਾਅਦ ਫਿਰ ਇੱਕ ਕਿਤਾਬ ਹੋਰ ਲਿਖੀ ਗਈ ਸਰਦਾਰ ਖਜਿੰਦਰ ਸਿੰਘ ਜੀ ਖੁਰਾਣਾ, ਜੋ ਅੱਜ ਦੁਨੀਆ 'ਤੇ ਨਹੀਂ ਹਨ, ਪਿਛਲੇ ਸਾਲ ਕੋਵਿਡ ਕਰਕੇ ਉਹਨਾਂ ਦੀ ਡੈਥ ਹੋ ਗਈ। ਉਹ ਮੇਰੇ ਹਮਹਾਣੀ, ਮੇਰੇ ਹਮਉਮਰ ਸਨ। ਬੜੀ ਸੁੰਦਰ ਕਿਤਾਬ ਲਿਖੀ ਹੋਈ ਹੈ। ਬਾਅਦ ਦੇ ਵਿਚਕਾਰ ਸ਼੍ਰੀ ਈਸ਼ਰ ਦਾਸ ਜੀ ਦਵਨ ਜੀ, ਜਿਨ੍ਹਾਂ ਨੇ ਫਾਰਸੀ ਵਿੱਚ ਇੱਕ ਕਿਤਾਬ ਲਿਖੀ, ਔਰ ਬੜੀ ਸੁੰਦਰ ਕਿਤਾਬ ਹੈ। ਉਹਨਾਂ ਨੇ ਤਾਂ ਇਤਨੇ ਜ਼ਬਰਦਸਤ ਰੈਫਰੈਂਸਸ ਉਸ ਕਿਤਾਬ ਵਿੱਚ ਦਿੱਤੇ ਨੇ, ਜਿਸ ਦੇ ਬੇਸ 'ਤੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਫਗਾਨਿਸਤਾਨ ਦੇ ਹਿੰਦੂ ਸਿੱਖ ਇਹ ਕੋਈ ਪ੍ਰਵਾਸੀ ਨਹੀਂ ਜੋ ਹਿੰਦੁਸਤਾਨ ਤੋਂ ਆਏ ਹਨ, ਇਹ ਮੂਲ ਅਫਗਾਨ ਹਨ, ਜੋ ਹਿੰਦੂਇਜ਼ਮ ਔਰ ਬੌਧਿਜ਼ਮ ਤੋਂ ਬਾਅਦ ਸਿੱਖੀਜ਼ਮ ਅਫਗਾਨਿਸਤਾਨ ਵਿੱਚ ਆਈ ਹੈ। ਬਹੁਤ ਸੁੰਦਰ ਕਿਤਾਬ ਹੈ। ਉਸ ਤੋਂ ਬਾਅਦ ਹੁਣ ਕਿਤਨੇ ਚਿਰ ਪਹਿਲੇ ਸਰਦਾਰ ਹਰਚਰਨ ਸਿੰਘ ਜੀ ਮੁਸਾਫਰ ਜੀ ਨੇ ਇੱਕ ਕਿਤਾਬ ਲਿਖੀ ਸੀ, ਬੜੀ ਸੋਹਣੀ ਕਲਰਫੁਲ ਕਿਤਾਬ, ਇੱਕ ਕਮਰਸ਼ੀਅਲ ਕਿਤਾਬ ਹੈ ਜੋ ਦੇਖਣ ਨੂੰ ਬਹੁਤ ਅੱਛੀ ਲੱਗਦੀ ਹੈ, ਬੱਚੇ ਦਿਲਚਸਪੀ ਲੈਂਦੇ ਨੇ ਪੜ੍ਹਨ ਨੂੰ। ਇਹ ਸਾਰੀਆਂ ਜਦੋਂ ਕਿਤਾਬਾਂ ਮੈਂ ਦੇਖਿਆ, ਮੈਂ ਹੋਰ ਮਤਲਬ ਮੇਰੇ ਅੰਦਰ ਤ੍ਰਿਸ਼ਨਾ ਵਧਦੀ ਗਈ, ਕਿਉਂਕਿ ਉਹਨਾਂ ਨੇ ਅਲੱਗ-ਅਲੱਗ ਵਿਸ਼ਿਆਂ ਨੂੰ ਲੈ ਕੇ ਕਿਤਾਬ ਲਿਖੀ ਹੋਈ ਹੈ। ਔਰ ਮੇਰਾ ਵਿਸ਼ਾ ਇਹ ਸੀ ਕਿ ਮੈਂ ਅਫਗਾਨਿਸਤਾਨ ਦੇ ਵਿੱਚ ਇੱਕ ਤਾਂ ਇਹ ਸਾਬਤ ਕਰਨਾ ਹੈ, ਦੁਨੀਆ ਨੂੰ ਸਾਬਤ ਕਰਨਾ ਹੈ, ਜੋ ਅੱਜ ਸਾਨੂੰ ਕਹਿੰਦੇ ਨੇ ਕਿ ਹਿੰਦੁਸਤਾਨੀ ਆ ਗਏ ਸਨ ਇੱਥੇ, ਨੇ ਚਲੇ ਗਏ, ਨਿਕਲ ਗਏ। ਮੈਂ ਸਾਬਤ ਕਰਨਾ ਚਾਹੁੰਦਾ ਸੀ, ਔਰ ਸਾਬਤ ਵੀ ਕੀਤਾ ਹੋਇਆ ਸਾਰੇ ਰੈਫਰੈਂਸ 'ਤੇ, ਜੋ ਮੈਂ ਤਕਰੀਬਨ 25 ਸਾਲ ਰਿਸਰਚ ਕਰਦਾ ਰਿਹਾ ਕਿ ਅਸੀਂ ਪ੍ਰਵਾਸੀ ਨਹੀਂ ਹੈਗੇ। ਇਹ ਮੁਲਕ ਜਿਹੜਾ ਸੀ ਇਹ ਸਾਡੇ ਹਿੰਦੂਆਂ ਅਤੇ ਬੋਧੀਆਂ ਦਾ ਧਰਮ ਸੀ, ਜੋ ਕਾਬਲ ਸ਼ਾਹਾਨ, ਹਿੰਦੂ ਸ਼ਾਹਾਨ, ਬ੍ਰਾਹਮਣ ਸ਼ਾਹਾਨ ਦੇ ਨਾਂ 'ਤੇ ਇਹਨਾਂ ਨੇ ਇੱਥੇ ਰਾਜ ਕੀਤਾ। ਔਰ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਇਸੀ ਹਿੰਦੂਇਜ਼ਮ ਲਈ ਇੱਕ ਨਇਆ ਰਸਤਾ ਦੱਸਿਆ, ਜਿਨ੍ਹਾਂ ਨੇ ਗੁਰੂ ਨਾਨਕ ਦੇ ਰਸਤੇ ਨੂੰ ਪ੍ਰਵਾਨ ਕਰਕੇ ਉਹਨਾਂ ਨੇ ਗੁਰੂ ਨਾਨਕ ਨਾਮ ਲੇਵਾ ਭਾਈਚਾਰਾ ਅਫਗਾਨਿਸਤਾਨ ਵਿੱਚ ਬਣਿਆ। ਫਿਰ ਉਸ ਤੋਂ ਬਾਅਦ ਗੁਰੂ ਨਾਨਕ ਨਾਮ ਲੇਵਾ ਸਿੱਖ ਬਣਿਆ, ਫਿਰ ਨਾਨਕ ਪੰਥੀ ਬਣ ਗਿਆ ਜਦੋਂ ਬਾਬਾ ਸਿਰਚੰਦ ਜੀ ਅਫਗਾਨਿਸਤਾਨ ਗਏ। ਉਸ ਤੋਂ ਬਾਅਦ ਸਨਾਤਨ ਧਰਮ ਦੇ ਨਾਲ ਮਿਕਸ ਧਰਮ ਬਣ ਗਿਆ, ਜੋ ਦੋਨੋਂ ਧਰਮਾਂ ਦਾ ਸਤਿਕਾਰ ਕਰਦੇ ਸਨ। ਫਿਰ ਜਾ ਕੇ ਜਦੋਂ ਸਿੱਖ ਲਹਿਰ ਕਾਬਲ ਅਫਗਾਨਿਸਤਾਨ ਪਹੁੰਚੀ ਤਾਂ ਉਹ ਸਿੰਘ ਸਭਾ ਲਹਿਰ ਅਫਗਾਨ ਸਿੱਖ ਲਹਿਰ 'ਤੇ ਬਦਲ ਕੇ ਉਹਨਾਂ ਨੇ ਖਾਲਸਾ ਦੀਵਾਨ ਅਫਗਾਨਿਸਤਾਨ ਕਮੇਟੀ ਬਣਾਈ, ਜਿਸ ਦੇ 100 ਸਾਲ ਪੂਰੇ ਹੋ ਗਏ ਨੇ। ਅਤੇ ਉਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਲਾ ਸੱਜਿਆ ਖਾਲਸਾ ਨੂੰ ਉੱਥੇ ਸ਼ੁਰੂਆਤ ਕੀਤੀ। ਸੋ ਇਹ ਗੱਲਾਂ ਅਤੇ ਇਸ ਨਾਲ ਦੀਆਂ ਬਹੁਤ ਸਾਰੀਆਂ ਗੱਲਾਂ ਨੇ, ਜਿਵੇਂ ਸਾਡੀ ਲੈਂਗੁਏਜ, ਅਸੀਂ ਜਿਹੜੀ ਪੰਜਾਬੀ ਬੋਲਦੇ ਹਾਂ, ਇਹ ਪੰਜਾਬੀ ਇੰਡੀਅਨ ਔਰ ਪਾਕਿਸਤਾਨ ਦੀ ਪੰਜਾਬੀ ਨਾਲੋਂ ਅਲੱਗ ਹੈਗੀ, ਜੋ ਇਸ ਨੂੰ ਲੋਕ ਹਿੰਕੋ ਕਹਿ ਕੇ ਜਾਂਦੇ ਨੇ।
इस बारे में बहुत रिसर्च किया है कि इस साड़ी ज़बान इनको आई कितों, इस बारे है साढ़े की ज़ात पात सिस्टम सी वो किमें ख़त्म होया, इस ते ने साढ़े नामकरण किस तरह होंदे ने, सानू अफगानिस्तान दे कदों उत्थों दा मूल नागरिक मन्निया गया, सानू कदों फौज भर्ती करना पिया, सानू कदों पासपोर्ट मिले। तो ये सारियां वो जिहियां गल्लां कि शायद ये 7 किताबां जो 4 छप चुकियां ने ते बाद छपन गया ये लोगों को पढ़ने को मिलेंगियां। सो मैं जो अज जो भी है मेरी इंस्पायरेशन मेरे वही पुराने लेखक हैं जिन्होंने लिखे उन्होंने तो मैं पढ़ के तो मैं होर भी मेरी तृष्णा वादी गई ताकि मैं किताब लिख सका। ਜਿੱਦਾਂ ਕਿ ਡਾਕਟਰ ਜੀ ਨੇ ਦੱਸਿਆ ਹੈਗਾ ਕਿ 4 ਆ ਚੁੱਕੀਆਂ ਨੇ ਐਂਡ 7 ਟੋਟਲ ਇਹਨਾਂ ਦਾ ਟਾਰਗੇਟ ਹੈ ਅਤੇ 3 ਹੋਰ ਕਿਤਾਬਾਂ ਹੁਣ ਆਉਣੀਆਂ ਨੇ ਐਂਡ ਦ ਟੋਪਿਕਸ ਇਹ ਬਹੁਤ ਵੇਰੀ ਟੋਪਿਕਸ ਨੇ। ਜਿੱਦਾਂ ਤੁਸੀਂ ਗੱਲ ਕੀਤੀ ਲੈਂਗੁਏਜ ਦੀ ਗੱਲ ਕੀਤੀ, ਲਿੰਗੁਇਸਟਿਕਲੀ ਇੱਕ ਕਮਿਊਨਿਟੀ ਕਿੱਦਾਂ ਇਵੋਲਵ ਹੁੰਦੀ ਆ, ਦੈਨ ਤੁਸੀਂ ਨੇਮ ਸੈਰੇਮਨੀਜ਼ ਦੀ ਗੱਲ ਕੀਤੀ, ਤੁਸੀਂ ਆਪਣੇ ਆਪ ਦੇ ਕਲਚਰ ਦੀ ਗੱਲ ਕੀਤੀ ਐਂਡ ਇਸ ਤਰੀਕੇ ਦੀ ਜਿਹੜੀ ਜਰਨੀ ਹੈਗੀ ਆ ਕਿ ਕਿੱਦਾਂ ਤੁਸੀਂ ਇੱਕ ਨਾਨਕ ਨਾਮ ਲੈਵਾ ਸੰਗਤ ਨੇ ਬਾਅਦ 'ਚ ਖਾਲਸਾ ਸੱਜ ਕੇ ਆਪਣੀ ਇੱਕ ਅਲੱਗ ਆਈਡੈਂਟੀਟੀ ਬਣਾਈ। ਸੋ ਇਹ ਚੀਜ਼ ਨੂੰ ਤੁਸੀਂ ਹੁਣ ਡਾਕੂਮੈਂਟ ਕਰ ਰਹੇ ਆ ਆਪਣੀ ਬੁੱਕਸ ਦੇ ਰਾਹੀਂ, ਇਟਸ ਅਮੇਜ਼ਿੰਗ। ਅਤੇ ਤੁਸੀਂ ਆਹ ਬੁੱਕਸ ਦਾ ਦੱਸੋ, ਜਿੱਦਾਂ 7 ਪਾਰਟਸ ਤੁਸੀਂ ਦੱਸੀ ਹੈਗੀ ਆ, ਵਾਟ ਇਜ਼ ਦੀ ਆਈਡੀਆ ਬਿਹਾਈਂਡ ਦੀ 7 ਪਾਰਟਸ ਕਿ ਤੁਸੀਂ ਇੱਕ ਬੁੱਕ ਨੂੰ ਕਿਸ ਤਰੀਕੇ ਨਾਲ ਟੋਪਿਕ ਵਾਈਜ਼ ਇਹ ਜਿਹੜਾ ਆ ਡੈਡੀਕੇਟ ਕੀਤਾ ਆ ਕਿ ਕਿੱਦਾਂ ਤੁਸੀਂ ਇਹ ਡਿਸਾਈਡ ਕੀਤਾ, ਡਿਵਾਈਡ ਕੀਤੀਆਂ ਇਨ ਬੁੱਕਸ ਇਨ 7 ਆਈਡੀਆਜ਼? ਜਦੋਂ ਮੈਂ ਕਿਤਾਬ ਲਿਖਣਾ ਸ਼ੁਰੂ ਕੀਤਾ ਮੇਰੇ ਪਲੈਨਿਜ਼ੇਸ਼ਨ ਇਹ ਸੀ ਕਿ ਮੈਂ 400-500 ਪੇਜ ਦੀ ਕਿਤਾਬ ਲਿਖਾਂਗਾ ਅਤੇ ਜਿਸ ਵਿਚਕਾਰ ਜੋ ਸਾਰੀ ਚੀਜ਼ ਮੇਰੀ ਮਾਈਂਡ 'ਚ ਹੈਗੀ, ਜੋ ਸਾਰੀ ਕੁਛ ਮੇਰੀ ਡਾਇਰੀ 'ਚ ਹੈਗਾ, ਮੈਂ ਉਹ ਸਾਰਾ 400-500 ਪੇਜਾਂ 'ਚਕਾਰ ਜਗ੍ਹਾ ਹੋ ਜਾਏਗੀ। तो जिवें लिखना शुरू किया फिर मैं उस विचकार इस तरह घुस गया कि सवेरे 6 बजे उठ के लिखना तो राती 12 तक लगे रहंदा सी। एक ब्रेक टाइम लंच या ब्रैकफास्ट या डिनर वास्ते मैनू टाइम मिलता सी। मैं सारे दुख सुख एक तो दूसरी अच्छी गल ये भी हो गई कि लॉकडाउन हो गया और लॉकडाउन मैं बहुत ज़्यादा फ़ायदा उठाया। उस विचकार मेरे परिवार ने मेरे बड़ी मदद की तो मैं जदों लिखना शुरू किया फिर एक बारी मैं सारा कुछ लिख लेता। ਜਦੋਂ ਮੈਂ ਇਹਨੂੰ ਅਲੱਗ ਕਰਨ ਲੱਗ ਪਿਆ ਤਾਂ ਉਹ ਇੱਕ ਪਹਿਲੇ 2 ਤੋਂ 3 3 ਤੋਂ 4 ਸਲੋਲੀ ਸਾਰੇ ਟੌਪਿਕ ਇਤਨੇ ਵੱਧ ਲਿਖੇ ਗਏ ਡਿਟੇਲ ਨਾਲ ਕਿ ਮੈਨੂੰ 7 ਕਿਤਾਬਾਂ ਲਿਖਣੀਆਂ ਪਈਆਂ। ਮੇਰੀ ਪਹਿਲੀ ਕਿਤਾਬ ਦੇ ਵਿਚਕਾਰ ਜੋ ਹੈ ਉਸ ਦੇ ਵਿਚਕਾਰ ਮੈਂ ਇਹ ਜ਼ਿਕਰ ਕੀਤਾ ਹੋਇਆ ਹੈ ਕਿ ਅਫਗਾਨਿਸਤਾਨ ਦੇ ਵਿੱਚ ਇਸਲਾਮ ਤੋਂ ਆਉਣ ਤੋਂ ਪਹਿਲਾਂ ਇਹ ਮੁਲਕ ਦੇ ਵਿਚਕਾਰ ਕਿਹੋ ਜਿਹੇ ਧਰਮ ਸਨ। ਉਹ ਕਲੀਅਰਲੀ ਉਹ ਸਾਬਤ ਹੋ ਚੁੱਕਿਆ ਹੈ ਕਿ ਉਹ ਹਿੰਦੂਇਜ਼ਮ, ਬੁੱਧਿਜ਼ਮ, फारसी, यहूदी, क्रिश्चियनिटी प्लस कुछ होर झूठे धर्म जो कहने पगैतिज़म वो सन। तो बाद दे विच समा जदों बीतिया तीसरी सदी विच बहुमत जड़ी सी वो हिंदूइज़म और बौद्धिज़म दी सी और बड़ा बहुत ही खुशहाल जीवन बतीत करे सन तीसरी तो 7वीं सदी तक। पर अचानक 7वीं सदी विच अरबिस्तान तो अरब हमलावर आ गए तो उन्होंने अफगानिस्तान ते अटैक करके जितने भी साढ़े इतिहासिक मूर्तियां सन, गुरुद्वारे, मंदिर सन, वो सारे तोड़ के तो उन्होंने उत्थे नवा धर्म आंदा इस्लाम के नाम पे। पर फिर भी साढ़े जड़े हिंदू धर्म के पैरोकार सन बौद्धिज़म नाल मिल के उन्हों का सख्त मुकाबला करते रहे 200 साल। पर बाद विचकार गजनवी आ गए जो महमूद गजनवी का नाम तुसीं सुनिया होएगा कि उन्होंने न केवल अफगानिस्तान के हिंदुओं ते बहुत जुल्म किए बल्कि उसने हिंदुस्तान से भी हमले करके कई हिंदुओं कैदी बढ़ा के अफगानिस्तान आंदा। उसी समय भी जड़े हिंदू राजा सन हिंदू शाहान उन्होंने 200 साल लड़ते रहे। फिर आखिरकार राजा जयपाल जी जो उन्हों का आखिरी राजा सी उन्हों की डेथ तो बाद फिर ये सारे शाहान चले गए पंजाब विच। और कई इतिहासकार ये भी लिखते हैं कि एक काबुल शाहान बाद विचकार वो सिख राज के बदल गया हिंदुस्तान में जिन्होंने अफगानिस्तान तो हमलावरां के सामने डट के मुकाबला किया। सो इस तरह फिर किस तरह हिंदूइज़म अगे आई, किस तरह गुरु नानक साहब जी अपनी चौथी उदासी समय अफगानिस्तान आए, कित्थे कित्थे गए, कित्थे कित्थे पड़े पुटके लोगों को सीधे रस्ते पाया तो कि कितने उन्होंने अस्थान हैं, कितने गुरुद्वारे हैं, उस पर रोशनी पाई गई है। हिंदूइज़म की है उस बारे में ज़्यादा हिंदूइज़म के हेरीटेज अफगानिस्तान कित्थे कित्थे पहाड़ां ते कित्थे मूर्तियां कितनियां तोड़ दित्तियां गई,
ਕਿੱਥੇ ਹਨ, ਕਿਸ ਮਿਊਜ਼ੀਅਮ ਵਿੱਚ ਪਈਆਂ ਹਨ, ਉਹਨਾਂ ਬਾਰੇ ਜਾਣਕਾਰੀ ਹੈ। ਫਿਰ ਅੱਗੇ ਜਾ ਕੇ ਅਫਗਾਨਿਸਤਾਨ ਦੇ ਵਿਚਕਾਰ ਤਬਾਬਤ ਦਾ ਇਤਿਹਾਸ, ਮੈਡੀਕਲ ਹਿਸਟਰੀ ਕਿਸ ਤਰ੍ਹਾਂ ਹੈ। ਸਾਡੇ ਸਿੱਖ ਉੱਥੇ ਬਹੁਤ ਸਾਰੇ ਡਾਕਟਰ ਸਨ, ਉਹ ਕਿਵੇਂ ਮਤਲਬ ਡਾਕਟਰ ਬਣੇ, ਵਿਦਿਆ ਦਾ ਇਤਿਹਾਸ ਕਿਵੇਂ ਉੱਥੇ ਵਿਦਿਆ ਵੜਿਆ, ਸਮੂਹਕ ਵਿਆਹ ਸਾਡੇ ਵਿੱਚ ਅਸੀਂ ਮਤਲਬ ਸੁਲਤਾਨਪੁਰ ਸ੍ਰੀ ਚਸ਼ਮਾ ਸਾਹਿਬ ਜੀ ਘਰ ਇੱਕ ਰਾਤ 'ਤੇ 150-200 ਵਿਆਹ ਕਰਵਾ ਰਹੇ ਸਨ, ਬਿਲਕੁਲ 50 ਅਫਗਾਨੀ ਤੋਂ, ਜੋ ਬਾਅਦ 250 ਅਫਗਾਨੀ ਅਤੇ 500 ਅਫਗਾਨੀ ਤੱਕ ਪਹੁੰਚੇ। ਲੰਗਰ ਗੁਰਦੁਆਰੇ ਦਾ ਫ੍ਰੀ, ਗਰੀਬ ਪੈਸੇ ਵਾਲਾ ਸਾਰਿਆਂ ਦੇ ਬਰਾਬਰ ਦੇ ਵਿਆਹ ਹੁੰਦੇ ਸਨ। ਸੋ ਇਹ ਸਾਰਾ ਕੁਝ ਇਸ ਕਿਤਾਬ ਦੇ ਵਿੱਚ ਹੈ। ਸਾਡੇ ਕਲਚਰ ਕੀ ਸੀ, ਕਿਉਂ ਰਸਮਾਂ ਸੀ ਉਸ ਵੇਲੇ ਕਰਦੇ ਸਾਂ, ਮਰਨ ਰਸਮਾਂ ਸਾਡੀਆਂ ਕੀ ਸਨ, ਅਤੇ ਫਿਰ ਸਾਡੇ ਵਿਚਕਾਰ ਅੰਮ੍ਰਿਤ ਸੰਚਾਰ ਕਦੋਂ ਹੋਇਆ ਅਫਗਾਨਿਸਤਾਨ ਦੇ ਵਿਚਕਾਰ, ਕਿਵੇਂ ਪੰਜ ਪਿਆਰੇ ਸਾਹਿਬਾਨ ਅਫਗਾਨਿਸਤਾਨ ਦੇ ਵਿਚਕਾਰ ਸੱਜੇ, ਕਿਸ ਤਰ੍ਹਾਂ ਅਸੀਂ ਨਗਰ ਕੀਰਤਨ ਸਾਡੇ ਸ਼ੁਰੂ ਹੋਏ, ਨਗਰ ਕੀਰਤਨ ਦਾ ਇਤਿਹਾਸ ਹੈ। ਅੱਗੇ ਜਾ ਕੇ ਸਾਡੇ ਵਿਚਕਾਰ ਕੀਰਤਨ ਅਨਮੋਲ ਹੀਰਾ ਇਹ ਕਿਵੇਂ ਸ਼ੁਰੂ ਹੋਇਆ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਪਹੁੰਚ ਕੇ ਕਾਬਲ ਦੀ ਮਸਜਿਦ ਵਿੱਚ ਅਲਾਪ ਮਾਰਿਆ, ਔਰ ਉਹਨਾਂ ਨੇ ਇਕੱਠਾ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਕਿ ਸਾਡੀ ਇਸਲਾਮਿਕ ਕੰਟਰੀ ਵਿੱਚ ਸ਼ਰੀਅ ਉਸੂਲਾਂ ਮੁਤਾਬਕ ਸੰਗੀਤ ਮੰਨੇਵੇਂ। ਫਿਰ ਉਹਨਾਂ ਨੇ ਗੁਰਬਾਣੀ ਦੀਆਂ ਤੁਕਾਂ ਉਚਾਰ ਕੇ ਉਹਨਾਂ ਨੂੰ ਸਮਝਾਇਆ। ਉਹ ਕੀਰਤਨ ਉਸੇ ਸਮੇਂ ਤੋਂ ਸ਼ੁਰੂ ਹੋਇਆ। ਇਸ ਤਰ੍ਹਾਂ ਬਹੁਤ ਸਾਰਾ ਕੁਛ ਹੈਗਾ ਇਸ ਕਿਤਾਬ ਵਿੱਚ। ਹਾਂ, ਸਾਡੇ ਉੱਤੇ ਕਿਤਨੇ ਅਟੈਕ ਹੋਏ ਨੇ, ਜਿਹੜੇ ਅਸੀਂ 19 ਸੈਂਚਰੀ ਤੋਂ ਪਹਿਲੇ ਦੇ ਅਟੈਕ ਦੇਖੀ, ਉਸ ਦਾ ਜ਼ਿਕਰ ਕਿੱਥੇ ਨਹੀਂ ਹੈਗਾ, ਕਿਉਂਕਿ ਨਾ ਹੀ ਉਹ ਸਾਨੂੰ ਅਫਗਾਨਿਸਤਾਨ ਦੇ ਸਮਝਦੇ ਸਨ ਅਤੇ ਨਾ ਹੀ ਉਹਨਾਂ ਦੀ ਦਿਲਚਸਪੀ ਸੀ। ਪਰ ਜਿਹੜੀ 20ਵੀਂ ਸਦੀ ਦੇ ਸ਼ੁਰੂਆਤ ਤੋਂ ਲੈ ਕੇ ਤਾਂ ਲਾਸਟ ਤੱਕ ਸਾਡੇ ਉੱਤੇ ਜਿਤਨੇ ਵੀ ਅਟੈਕ ਹੋਏ, ਉਹਨਾਂ ਨੂੰ ਮੈਂ 7 ਵੱਡੇ ਕਤਲੇਆਮ ਦੇ ਨਾਮ ਦੇ ਉੱਤੇ ਜ਼ਿਕਰ ਕੀਤੇ ਹਨ, ਜੋ ਸਾਡੇ ਉੱਤੇ 7 ਬੜੇ ਵੱਡੇ ਹਮਲੇ ਹੋਏ ਹਨ। ਉਸ ਦੇ ਕਰ ਕਿਤਨੇ ਲੋਕ ਮਾਰੇ ਗਏ, ਜਿਸ ਤਰ੍ਹਾਂ ਗੁਰਦੁਆਰਿਆਂ 'ਤੇ, ਜਿਸ ਚੋਂ ਤੁਸੀਂ ਸ਼ਾਇਦ ਹੁਣੇ ਸੁਣਿਆ ਹੋਏਗਾ ਕਿ ਇੱਕ ਅਟੈਕ ਹੋਇਆ ਗੁਰਦੁਆਰਾ ਗੁਰਹਾਰਾ ਸਾਹਿਬ ਜੀ 'ਤੇ, ਜੋ 400 ਸਾਲ ਪੁਰਾਣਾ ਗੁਰਦੁਆਰਾ ਹੈਗਾ, 25 ਮਾਰਚ ਨੂੰ। ਤੋ ਇਸ ਤਰ੍ਹਾਂ ਕਾਫੀਆਂ ਚੀਜ਼ਾਂ ਇਸ ਵਿਚਕਾਰ ਹੈਗੀਆਂ। ਕਿਉਂ ਸਾਡੇ ਅਫਗਾਨਿਸਤਾਨ ਵਿੱਚੋਂ ਦਾ ਸਰਤਾਰੀ ਸਿੱਖ ਅਲੋਪ ਹੋ ਰਹੇ ਹਨ, ਇਸ ਦੇ ਕਾਰਨ ਸਾਰੇ ਦੱਸੇ ਹਨ। ਹੋਰ ਧਰਮ ਕਿੱਥੇ ਚਲੇ ਗਏ ਅਫਗਾਨਿਸਤਾਨ ਤੋਂ, ਅਤੇ ਹੁਣ ਇਸ ਵੇਲੇ ਅਫਗਾਨਿਸਤਾਨ ਦੀ ਸਿਚੁਏਸ਼ਨ ਕੀ ਹੈ। ਸਾਡੀ ਜ਼ਿੰਦਗੀ ਦੇ ਵਿਚਕਾਰ ਜਿਹੜੇ ਵੀ ਸਾਡੀ ਸਰਕਾਰ ਦੇ ਰਾਜੇ ਗੁਜ਼ਰੇ ਹਨ, ਜ਼ਾਹਿਰ ਸ਼ਾਹ ਤੋਂ ਲੈ ਕੇ ਉਸ ਤੋਂ ਪਹਿਲੇ ਅਮਾਨ ਅੱਲਾ ਖਾਨ, ਨਾਦਰ ਸ਼ਾਹ, ਜ਼ਾਹਿਰ ਸ਼ਾਹ, ਫਿਰ ਦਾਊਦ ਖਾਨ, ਡਾਕਟਰ ਨਜੀਬੁੱਲਾ, ਬਬਰਕ ਕਾਰਮਾਲ, ਹਾਫਿਜ਼ੁੱਲਾ ਅਮੀਨ, ਇਹ ਸਾਰੇ ਜਿਹੜੇ ਸਾਡੇ ਰਾਜੇ ਗੁਜ਼ਰੇ ਨੇ, ਡਾਕਟਰ ਨਜੀਬੁੱਲਾ, ਮੁਜਾਹਿਦੀਨ ਦਾ ਦੌਰ, ਤਾਲਿਬਾਨਾਂ ਦਾ ਦੌਰ, ਪਹਿਲਾ ਦੌਰ, ਉਸ ਤੋਂ ਬਾਅਦ ਜਨਾਬ ਅਹਿਮਦ ਕਰਜ਼ਈ, ਅਸ਼ਰਫ ਗਨੀ, ਇਹਨਾਂ ਦੇ ਸਮੇਂ ਵਿਚਕਾਰ ਸਾਡਾ ਜੀਵਨ ਸ਼ੈਲੀ ਕਿਸ ਤਰ੍ਹਾਂ ਸੀ, ਕਿ ਉਹ ਕਿਹੜੀ ਸਰਕਾਰਾਂ ਨੇ ਸਾਡੇ ਨਾਲ ਚੰਗੇ ਵਰਤਾਓ ਕੀਤੇ ਨੇ, ਔਰ ਕਿਹੜੀਆਂ ਸਰਕਾਰਾਂ ਨੇ ਸਾਨੂੰ ਇਤਨਾ ਮਜਬੂਰ ਕਰ ਦਿੱਤਾ ਕਿ ਅਸੀਂ ਸਮੂਹਕ ਤੌਰ 'ਤੇ ਦੇਸ਼ ਛੱਡਣ ਨੂੰ ਮਜਬੂਰ ਹੋ ਗਏ। ਇਹ ਸਾਰੀਆਂ ਗੱਲਾਂ ਇਹਨਾਂ 7 ਪਾਰਟਾਂ ਵਿੱਚ ਹੈਗੀਆਂ। ਬਹੁਤ ਸੋਹਣੀ ਤਰੀਕੇ ਨਾਲ ਤੁਸੀਂ ਜਿੰਨੇ ਵੀ ਟੌਪਿਕਸ ਹਾਈਲਾਈਟ ਕੀਤੇ ਗਏ ਨੇ ਇਹਨਾਂ ਬੁੱਕਸ ਦੇ ਵਿੱਚ, ਅਤੇ ਆਉਣ ਵਾਲੇ 3 ਹੋਰ ਭਾਗਾਂ ਦੇ ਵਿੱਚ ਤੁਸੀਂ ਐਕਸਪਲੇਨ ਕੀਤਾ ਹੈਗਾ ਆ। ਅਤੇ ਆਖਿਰ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿ ਤੁਸੀਂ ਦੱਸਿਆ ਕਿ ਕਿਸ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ ਆ ਕਿ ਕਿੰਨੇ ਹੀ ਪ੍ਰੈਸੀਡੈਂਟਸ ਜਿਹੜੇ ਆਏ ਨੇ ਪਹਿਲਾਂ, ਕਿੰਨੇ ਹੀ ਰਾਜੇ ਜਿਹੜਾ ਨੇ ਰਾਜ ਕੀਤਾ, ਕਿੱਦਾਂ ਉਹਨਾਂ ਨੇ ਸਿੱਖਸ ਕਮਿਊਨਿਟੀ ਨੂੰ ਟਰੀਟ ਕੀਤਾ। ਇਹ ਗੱਲ ਹੋ ਗਈ ਅਫਗਾਨਿਸਤਾਨ ਦੀ। ਤੁਸੀਂ ਇਹ ਦੱਸੋ ਕਿ ਹੋਰ ਤੁਹਾਨੂੰ ਟਰੀਟਮੈਂਟ ਜਿਹੜਾ ਤੁਸੀਂ ਹੁਣ ਮਾਈਗ੍ਰੇਸ਼ਨ ਕਰਕੇ ਕਈ ਲੋਕ ਇੰਡੀਆ ਚਲੇ ਗਏ, ਕਈ ਲੋਕ UK ਆ ਗਏ, ਤੁਹਾਨੂੰ ਆਪਣੇ ਹੀ ਸਿੱਖਾਂ ਭਰਾਵਾਂ ਜਿਹੜੇ ਕਿ ਹੋਰ ਪ੍ਰਾਂਤਾਂ ਤੋਂ ਨੇ, ਇੱਥੇ ਆ ਕੇ ਜਾਂ ਇੰਡੀਆ ਜਾ ਕੇ ਉਹਨਾਂ ਤੋਂ ਤੁਹਾਨੂੰ ਕਿਸ ਤਰੀਕੇ ਦੀ ਟਰੀਟਮੈਂਟ, ਕਿਸ ਤਰੀਕੇ ਦਾ ਬਿਹੇਵੀਅਰ ਮਿਲਿਆ, ਕਿੱਦਾਂ ਦਾ ਤੁਹਾਨੂੰ ਵੈਲਕਮ ਕੀਤਾ ਗਿਆ, ਅਤੇ ਇੱਕ ਹੁੰਦੀ ਆ ਕਿਸੇ ਹੋਰ ਕਮਿਊਨਿਟੀ ਤੋਂ ਤੁਹਾਨੂੰ ਕਿੱਦਾਂ ਦੀ ਟਰੀਟਮੈਂਟ ਮਿਲੀ। ਪਰ ਤੁਸੀਂ ਇਹ ਵੀ ਦੱਸੋ ਕਿ ਆਪਣੇ ਹੀ ਸਿੱਖ ਭਰਾਵਾਂ ਤੋਂ ਤੁਹਾਨੂੰ ਕਿੱਦਾਂ ਦੀ ਐਕਸਪੀਰੀਅੰਸ ਤੁਹਾਡਾ ਰਿਹਾ ਹੈਗਾ ਆ ਜਦੋਂ ਤੁਸੀਂ ਮਾਈਗ੍ਰੇਟ ਹੋ ਕੇ ਇੱਥੇ ਆਏ ਆ ਇਮੀਗ੍ਰੇਸ਼ਨ ਕਰਕੇ। ਐਕਚੁਅਲੀ ਗੱਲ ਇਸ ਤਰ੍ਹਾਂ ਹੈਗੀ ਕਿ ਅਫਗਾਨਿਸਤਾਨ ਦੇ ਹਿੰਦੂ ਸਿੱਖ ਇਸ ਦੇ ਬਾਵਜੂਦ ਕਿ ਮੂਲ ਅਫਗਾਨੀ ਹਨ, ਉਹ ਆਪਣੇ ਆਪ ਨੂੰ ਭਾਰਤ ਦੀ ਸੰਸਕ੍ਰਿਤੀ ਨਾਲ ਜੋੜਦੇ ਰਹਿੰਦੇ ਹਨ। ਅਤੇ ਜਦੋਂ ਅਫਗਾਨਿਸਤਾਨ ਦੇ ਵਿਚਕਾਰ 1992 ਵਿੱਚ ਜਿਹਾਦੀ ਇਨਕਲਾਬ ਆਈ ਅਤੇ ਲੋਕ ਮਜਬੂਰ ਹੋ ਗਏ ਤਾਂ ਕਿ ਉਹ ਸਮੂਹਕ ਤੌਰ 'ਤੇ ਦੇਸ਼ ਛੱਡ ਦੇਣ, ਤਾਂ ਸਭ ਤੋਂ ਪਹਿਲਾ ਟਿਕਾਣਾ ਸਾਡੇ ਵਾਸਤੇ ਹਿੰਦੁਸਤਾਨ ਸੀ। ਇਸ ਲਈ ਲੋਕ ਡਾਇਰੈਕਟਲੀ ਅਫਗਾਨਿਸਤਾਨ ਤੋਂ ਕਿਤੇ ਵੀ ਬਾਹਰ ਨਹੀਂ ਨਿਕਲ ਸਕਦੇ, ਚਾਹੇ ਉਹ ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ। ਇਹਨਾਂ ਨੂੰ ਕਿਤੇ ਨਾ ਕਿਤੇ ਪੜੋਸੀ ਮੁਲਕਾਂ ਤੋਂ ਨਿਕਲਣਾ ਪੈਂਦਾ ਹੈ। ਪਹਿਲੇ ਬਾਰਡਰ ਤੋਂ ਬਾਹਰ ਨਿਕਲ ਕੇ ਫਿਰ ਏਜੰਟਾਂ ਦੇ ਥਰੂ ਉਹ ਨਿਕਲਦੇ ਨੇ, ਕਿਉਂਕਿ ਨਾ ਕਿ ਉਹਨਾਂ ਕੋਲ ਪਾਸਪੋਰਟ ਹੁੰਦੀਆਂ ਨੇ, ਕਈ ਵਾਰੀ ਬਹੁਤ ਸਾਰੇ ਡਾਕੂਮੈਂਟਸ ਦੀ ਜ਼ਰੂਰਤ ਪੈਂਦੀ ਜੋ ਨਹੀਂ ਹੁੰਦੇ, ਅਤੇ ਉਹ ਮਜਬੂਰ ਹੋ ਕੇ ਜਦੋਂ ਅਫਗਾਨਿਸਤਾਨ ਤੋਂ ਨਿਕਲਦੇ ਨੇ ਉਹ ਪੜੋਸੀ ਮੁਲਕ ਨੇ, ਜਿਸ ਤਰ੍ਹਾਂ ਈਰਾਨ ਹੋ ਗਿਆ, ਰਸ਼ੀਆ ਹੋ ਗਿਆ,
ਪਾਕਿਸਤਾਨ ਹੋ ਗਿਆ, ਹਿੰਦੁਸਤਾਨ ਹੋ ਗਿਆ, ਇੱਥੇ ਜਾ ਕੇ ਫਿਰ ਉੱਥੋਂ ਜਾਂ ਤਾਂ ਉੱਥੇ ਰਹਿ ਜਾਂਦੇ ਨੇ। ਪਾਕਿਸਤਾਨ ਈਰਾਨ ਤਾਂ ਨਹੀਂ ਰਹਿ ਸਕਦੇ ਕਿਉਂਕਿ ਉਹ ਵੀ ਇਸਲਾਮੀ ਮੁਲਕ ਹੈ, ਅਤੇ ਹਿੰਦੁਸਤਾਨ ਵੀ ਰਹਿ ਜਾਂਦੇ ਨੇ, ਜਾਂ ਕਈ ਲੋਕ ਫਿਰ ਉੱਥੋਂ ਨਿਕਲ ਕੇ ਯੂਰਪ, UK, ਕੈਨੇਡਾ ਵਗੈਰਾ ਇਹਨਾਂ ਮੁਲਕਾਂ ਨੂੰ ਜਾਂਦੇ ਨੇ, ਕਿਉਂਕਿ ਹਿੰਦੁਸਤਾਨ ਨੇ ਜਿਹੜਾ ਹੈਗਾ ਜੀਨੀਵਾ 1951 ਜਿਹੜਾ ਰਿਫਿਊਜੀ ਕਨਵੈਨਸ਼ਨ ਹੈ ਉਹ ਸਾਈਨ ਨਹੀਂ ਕੀਤਾ। ਉਹ ਸਾਨੂੰ ਪੂਰਾ ਅਸਾਈਲਮ ਨਹੀਂ ਦੇ ਸਕਦੇ, ਕੇਵਲ ਉਹ ਸਾਨੂੰ ਵੀਜ਼ਾ ਦੇ ਕੇ ਉੱਥੇ ਰੱਖਣ ਦੀ ਇਜਾਜ਼ਤ ਦਿੰਦੇ ਨੇ, ਉਹ ਵੀ ਰੀਨਿਊ ਕਰਾਉਣਾ ਪੈਂਦੇ ਨੇ ਵੀਜ਼ੇ, ਕਿਉਂਕਿ ਉਹ ਤਾਂ ਸਾਨੂੰ ਅਫਗਾਨ ਸਮਝਦੇ ਨੇ। ਉਹ ਇਹ ਨਹੀਂ ਸਮਝਦੇ ਕਿ ਇਹਨਾਂ ਦਾ ਜਿਹੜਾ ਇਹਨਾਂ ਭਾਰਤ ਦੀ ਸੰਸਕ੍ਰਿਤੀ ਨਾਲ ਇਹਨਾਂ ਦੇ ਕੁਝ ਸੰਬੰਧ ਹੈਗੇ। ਪਰ ਸੱਚ ਦੀ ਗੱਲ ਇਹ ਹੈ ਕਿ ਜਦੋਂ ਇਹ ਲੋਕ ਉੱਥੇ ਗਏ ਸਨ, ਸਾਨੂੰ ਆਪਣੀ ਸਿੱਖ ਜਥੇਬੰਦੀਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ, ਔਰ ਭਾਰਤ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਸਨੇ ਸਾਨੂੰ ਉਸ ਮੁਸ਼ਕਿਲ ਸਮੇਂ ਵਿੱਚ ਖੁੱਲ੍ਹੇ ਵੀਜ਼ੇ ਦਿੱਤੇ, ਅਸੀਂ ਉੱਥੇ ਗਏ। ਪਰ ਉਹ ਵੀ ਕਿਸੇ ਹੱਦ ਤੱਕ ਇਹ ਗੱਲ ਹੈ ਕਿ ਉਹਨਾਂ ਨੇ ਜੀਨੀਵਾ ਕਾਨਫਰੰਸ ਦਾ ਜਿਹੜਾ 1951 ਰਿਫਿਊਜੀ ਹੈ ਉਹ ਸਾਈਨ ਨਹੀਂ ਕੀਤਾ, ਇਸ ਲਈ ਉਹ ਸਾਨੂੰ ਉਹ ਸੁਵਿਧਾਵਾਂ ਜੋ ਜ਼ਰੂਰਤ ਸਨ ਨਹੀਂ ਦੇ ਪਾਏ। ਪਰ ਕੋਸ਼ਿਸ਼ਾਂ ਉਹਨਾਂ ਦੀਆਂ ਰਹੀਆਂ ਸਾਨੂੰ, ਅਤੇ ਉਹਨਾਂ ਨੇ ਇਹ ਸਾਨੂੰ ਆਖਿਆ ਕਿ ਤੁਸੀਂ ਯੂਨਾਈਟਿਡ ਨੇਸ਼ਨ ਨਾਲ ਕੰਟੈਕਟ ਕਰੋ, ਤੁਸੀਂ ਸਾਡੇ ਦੇਸ਼ ਵਿੱਚ ਰਹਿ ਸਕਦੇ ਹੋ ਔਰ ਯੂਨਾਈਟਿਡ ਨੇਸ਼ਨ ਤੁਹਾਡੀ ਹੈਲਪ ਕਰੀਏ ਜਦ ਤੱਕ ਤੁਸੀਂ ਆਪਣੇ ਪੈਰਾਂ 'ਤੇ ਖੜ੍ਹੇ ਹੁੰਦੇ ਹੋ। ਪਰ ਅਨਫੋਰਚੂਨੇਟਲੀ ਕਿ ਯੂਨਾਈਟਿਡ ਨੇਸ਼ਨ ਨੇ ਵੀ ਆਪਣੀ ਸਾਈਡ 'ਤੇ ਰੱਖ ਦਿੱਤਾ। ਉਹ ਕਹਿਣ ਲੱਗੇ ਤੁਸੀਂ ਇੰਡੀਅਨ ਹੋ ਅਤੇ ਤੁਸੀਂ ਇੰਡੀਅਨ ਸਰਕਾਰ ਤੁਹਾਡਾ ਮਦਦ ਕਰੇ, ਇਸ ਲਈ ਉੱਥੇ ਸਾਨੂੰ ਮੁਸ਼ਕਿਲ ਆਉਣ ਲੱਗਿਆ। ਦੂਸਰੀ ਜਿਤਨੀਆਂ ਵੀ ਸਰਕਾਰਾਂ ਆਈਆਂ 90 ਤੋਂ ਲੈ ਕੇ ਹੁਣ ਤੱਕ ਤਕਰੀਬਨ 30-32 ਸਾਲ ਹੋ ਗਏ, ਸਾਨੂੰ ਉੱਥੋਂ ਦੀ ਨੈਸ਼ਨੈਲਿਟੀ ਨਹੀਂ ਮਿਲੀ। ਜਦ ਤੱਕ ਤੁਹਾਡੇ ਕੋਲ ਨੈਸ਼ਨੈਲਿਟੀ ਨਹੀਂ ਹੈ, ਆਧਾਰ ਕਾਰਡ ਨਹੀਂ ਹੈ, ਪਾਨ ਨਹੀਂ ਹੈ, ਤੁਸੀਂ ਬੈਂਕ ਅਕਾਊਂਟ ਨਹੀਂ ਖੋਲ੍ਹ ਸਕਦੇ, ਤੁਸੀਂ ਪ੍ਰਾਪਰਟੀ ਨਹੀਂ ਲੈ ਸਕਦੇ, ਤੁਸੀਂ ਬਿਜ਼ਨਸ ਨਹੀਂ ਕਰ ਸਕਦੇ, ਤੁਹਾਡੇ ਬੱਚੇ ਪੜ੍ਹ ਨਹੀਂ ਸਕਦੇ। ਸੋ ਇਹ ਮੁਸ਼ਕਿਲ 30 ਸਾਲਾਂ ਤੋਂ ਉੱਥੇ ਚੱਲ ਰਹੀ ਹੈ, ਜੋ ਸਾਡੇ ਅਫਗਾਨ ਹਿੰਦੂ ਸਿੱਖ ਉੱਥੇ ਜਾ ਕੇ ਇਹ 30 ਸਾਲ ਸੰਘਰਸ਼ ਕਰਦੇ ਰਹੇ ਆਪਣੀ ਪਹਿਚਾਣ ਵਾਸਤੇ ਕਿ ਉਹਨਾਂ ਨੂੰ ਨਾਗਰਿਕਤਾ ਮਿਲੇ। ਖੁਸ਼ੀ ਦੀ ਗੱਲ ਇਹ ਹੋਈ ਕਿ 2019 ਵਿੱਚ ਜਦੋਂ CAA ਪਾਸ ਹੋਇਆ ਅਤੇ ਉਹਨਾਂ ਨੇ ਉਸ ਵਿਚਕਾਰ ਅਫਗਾਨ ਹਿੰਦੂ ਸਿੱਖਾਂ ਨੂੰ ਵੀ ਸ਼ਾਮਲ ਕਰ ਦਿੱਤਾ। ਪਰ ਬੜਾ ਇੱਕ ਮੁਸ਼ਕਿਲ ਸਮਾਂ ਆ ਗਿਆ ਕਿ ਕਈ ਉਹ ਮੁਸਲਮਾਨ ਜਿਹੜੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਗਏ ਸਨ, ਉਹਨਾਂ ਨੂੰ CAA ਤੋਂ ਬਾਹਰ ਰੱਖਿਆ ਗਿਆ ਸੀ, ਅਤੇ ਉਹਨਾਂ ਨੇ ਇਸ ਡਿਸੀਜ਼ਨ ਦੇ ਖਿਲਾਫ ਚਲੇ ਗਏ। ਉਹ ਵੀ ਲੰਮਾ ਖਿੱਚਿਆ ਗਿਆ, ਫਿਰ ਕੋਵਿਡ ਆ ਗਿਆ, ਤਾਂ ਸਾਨੂੰ ਕੋਈ ਬੈਨੀਫਿਟ ਨਹੀਂ ਹੋਇਆ, ਹਾਲਾਂਕਿ ਸਾਨੂੰ CAA ਦੇ ਥਰੂ ਪਰਮਿਸ਼ਨ ਦਿੱਤੀ ਗਈ ਹੈ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਕੁਝ ਚਿਰ ਪਹਿਲਾਂ ਆਈ ਥਿੰਕ ਸੋ ਮਾਰਚ ਦੇ ਮਹੀਨੇ ਵਿੱਚ ਸਾਡੇ ਅਫਗਾਨਿਸਤਾਨ ਦੇ ਹਿੰਦੂ ਸਿੱਖ ਨੇਤਾ ਜਿਹੜੇ ਹਿੰਦੁਸਤਾਨ ਵਿੱਚ ਰਹਿ ਰਹੇ ਹਨ, ਉਹਨਾਂ ਨੇ ਮੋਦੀ ਸਾਹਿਬ ਜੀ ਨਾਲ ਮਿਲੇ, ਤੁਸੀਂ ਦੇਖਿਆ ਹੋਵੇਗਾ ਟੀਵੀਆਂ 'ਤੇ ਵੀ, ਔਰ ਬੜੀ ਅੱਛੀ ਗੱਲਬਾਤ ਉਹਨਾਂ ਦੇ ਵਿੱਚ ਰਹੀ। ਉਹਨਾਂ ਨੇ ਆਪਣੇ ਸਾਰੇ ਦਰਦ ਰੋਏ ਉੱਥੇ ਕਿ ਸਾਨੂੰ ਤੁਸੀਂ CAA ਵਿੱਚ ਸ਼ਾਮਲ ਤਾਂ ਕਰ ਲਿਆ ਪਰ ਕਿਸੇ ਇੱਕ ਨੂੰ ਵੀ ਅਜੇ ਤੱਕ ਨੈਸ਼ਨੈਲਿਟੀ ਮਿਲੀ ਨਹੀਂ। ਚਲੋ ਅਸੀਂ ਇਹ ਕਹਿੰਦੇ ਹਾਂ ਕਿ ਹੁਣ ਤੱਕ ਕੋਵਿਡ ਸੀ, ਪਰ ਸਾਡਾ ਇਸ ਮੁਸ਼ਕਿਲ ਨੂੰ ਹੱਲ ਕੀਤਾ ਜਾਵੇ ਤਾਂ ਕਿ ਸਾਡੇ ਲੋਕ ਜਿਹੜੇ 30-35 ਸਾਲਾਂ ਤੋਂ ਇੱਥੇ ਰਹਿ ਰਹੇ ਹਨ ਉਹਨਾਂ ਨੂੰ ਨੈਸ਼ਨੈਲਿਟੀ ਮਿਲ ਜਾਵੇ। ਬਾਕੀ ਜਿਹੜੇ ਉਹ ਬਾਕੀ ਦੇ ਮੁਲਕਾਂ 'ਚ ਗਏ ਨੇ, ਜਿਸ ਤਰ੍ਹਾਂ ਕੈਨੇਡਾ ਗਏ ਨੇ, UK ਆਏ ਨੇ, ਯੂਰਪੀ ਆਏ ਨੇ, ਸ਼ੁਰੂ ਤੋਂ ਬੜੀ ਮੁਸ਼ਕਿਲ ਹੋਈ। ਹਾਲਾਂਕਿ ਇਹਨਾਂ ਨੇ ਸਾਨੂੰ ਵੈਲਕਮ ਕੀਤਾ, ਪਰ ਸਾਡੇ ਕੇਸ ਪਾਸ ਹੋਣੇ ਦੀ ਕਰ ਪ੍ਰੋਬਲਮ ਆ ਗਈ, ਔਰ ਦੋ ਪ੍ਰੋਬਲਮ ਸਨ। ਇੱਕ ਪ੍ਰੋਬਲਮ ਇਹ ਹੈ ਕਿ ਯੂਰਪ ਵਿੱਚ ਵੀ ਅਤੇ ਇੱਥੇ ਵੀ ਕਈਆਂ ਨੂੰ ਇਹ ਪਤਾ ਨਹੀਂ ਕਿ ਸਿੱਖ ਫਰਮ ਅਫਗਾਨਿਸਤਾਨ ਸੁਣ ਕੇ ਹੈਰਾਨ ਹੋ ਜਾਏ ਸਨ ਕਿ ਆਇਆ। ਉਹਨਾਂ ਨੇ TV ਚੈਨਲਾਂ 'ਤੇ ਦੇਖਿਆ ਸੀ ਟੁੱਟੇ ਫੁੱਟੇ ਘਰ, ਡਿੰਗੀਆਂ ਪਗੜੀਆਂ, ਲੜਾਈਆਂ, ਮਤਲਬ ਗੋਲਾਬਾਰੀ, ਮਿਜ਼ਾਈਲਸ। ਉਹਨਾਂ ਨੂੰ ਦੇ ਦਿਮਾਗ 'ਚ ਵੀ ਨਹੀਂ ਸੀ ਕਿ ਇਸ ਮੁਲਕ 'ਚ ਕਿੱਥੇ ਸਿੱਖ ਵੀ ਰਹਿੰਦੇ ਸਨ ਜਾਂ ਨਹੀਂ। ਤਾਂ ਸਮਾਂ ਲੱਗਿਆ। ਫਿਰ ਇੱਥੇ ਚੈਰਿਟੀ ਖਾਲਸਾ ਦੀਵਾਨ ਅਫਗਾਨਿਸਤਾਨ ਨੇ UK ਵਿੱਚ ਅਤੇ ਯੂਰਪ ਦੀ ਪਾਰਲੀਮੈਂਟ 'ਚ ਵੀ ਅਸਾਂ ਨੇ ਕਈ ਡਾਕੂਮੈਂਟਸ ਜਮ੍ਹਾਂ ਕਰਾਏ। ਹੋਰ ਸੰਸਥਾਵਾਂ ਵੀ ਸਾਡੇ ਨਾਲ ਸਨ, ਜਿਸ ਤਰ੍ਹਾਂ ਸੈਂਟਰਲ ਕਮੇਟੀ ਹੈਗੀ ਜਰਮਨੀ ਦੀ, ਅਫਗਾਨ ਹਿੰਦੂ ਸਿੱਖ ਵੈਲਫੇਅਰ ਸੁਸਾਇਟੀ ਬੈਲਜੀਅਮ ਹੈਗੀ, ਇੱਥੋਂ ਦੇ ਜਿਹੜੇ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਟਰਸਟੀ ਅਤੇ ਮੈਂਬਰ ਸਾਹਿਬਾਨ ਹਨ, ਅਸੀਂ ਸਾਰਿਆਂ ਨੇ ਮਿਲ ਕੇ ਜਿਤਨੀ ਵੀ ਗੌਰਮੈਂਟਾਂ ਸਨ ਉਹਨਾਂ ਨੂੰ ਕਨਵਿੰਸ ਕੀਤਾ ਕਿ ਜੀ ਨਾ, ਅਸੀਂ ਅਫਗਾਨਿਸਤਾਨ ਤੋਂ ਹਾਂ ਔਰ ਅਫਗਾਨਿਸਤਾਨ ਵਿਚਕਾਰ ਸਾਡਾ 500-550 ਸਾਲ ਪੁਰਾਣਾ ਸਿੱਖਾਂ ਦਾ ਅਤੇ 1300 ਸਾਲ ਪੁਰਾਣਾ ਹਿੰਦੂਆਂ ਦਾ ਇਤਿਹਾਸ ਹੈ। ਸੋ ਇਹ ਮੁਸ਼ਕਿਲਾਂ ਹੋਈਆਂ ਸ਼ੁਰੂ ਤੋਂ, ਮਗਰ ਅਸੀਂ ਬੜੇ ਖੁਸ਼ ਹਾਂ ਕਿ ਇਹਨਾਂ ਨੇ ਸਾਨੂੰ ਬੜੇ ਅੱਛੀ ਤਰ੍ਹਾਂ ਵੈਲਕਮ ਕੀਤਾ ਔਰ ਜੋ ਸਾਰੀਆਂ ਸੁਵਿਧਾਵਾਂ ਸਨ ਉਹ ਸਾਨੂੰ ਪ੍ਰਦਾਨ ਕੀਤੀਆਂ ਨੇ। ਜੀ, ਅਤੇ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਪਿੱਛੇ ਕਿੱਦਾਂ ਦਾ ਸੀਗਾ ਅਤੇ ਬਾਹਰ ਆ ਕੇ ਫਿਰ ਤੁਹਾਨੂੰ ਦੂਸਰੀ ਕਮਿਊਨਿਟੀਜ਼ ਦਾ ਕਿੱਦਾਂ ਵੈਲਕਮ ਮਿਲਿਆ। ਲੇਕਿਨ ਪਿਛਲੇ ਸਾਲ ਕਾਫੀ ਡਿਸਕਸ਼ਨ ਸੀਗੀ ਜਦੋਂ
ਵਾਪਸ ਤੋਂ ਤਾਲਿਬਾਨ ਦਾ ਰੀਕੈਪਚਰ ਅਫਗਾਨਿਸਤਾਨ 'ਤੇ ਹੋ ਗਿਆ। ਕਈ ਨਿਊਜ਼ ਚੈਨਲ, ਸਾਰੇ ਹੀ ਨਿਊਜ਼ ਚੈਨਲਸ ਦੇ ਜਦੋਂ ਦੇਖੋ ਇੱਕੋ ਨਿਊਜ਼ ਸੀਗੀ। ਕਾਫੀ ਕੰਸਰਨ ਸੀਗਾ ਕਿ ਜਿਹੜੀ ਕਮਿਊਨਿਟੀਜ਼ ਪਿੱਛੇ ਰਹਿ ਗਈਆਂ ਨੇ ਉਹਨਾਂ ਦਾ ਕੀ ਹਾਲ ਹੋਏਗਾ, ਉਹ ਕਿੱਦਾਂ ਰਹਿਣਗੇ। ਇਹ ਚੀਜ਼ਾਂ 6 ਮਹੀਨੇ ਤੱਕ ਟੌਪਿਕ ਬਣੀ ਰਹੀਆਂ। ਬਟ ਨਾਓ ਇਫ ਯੂ ਸੀ ਐਵਰੀਬਡੀ ਹੈਜ਼ ਮੂਵਡ ਔਨ। ਇਸ ਹੁਣ ਨਿਊਜ਼ ਦੇ ਵਿੱਚ ਬਹੁਤ ਰੇਅਰਲੀ ਦੇਖਣ ਨੂੰ ਮਿਲਦਾ ਹੈਗੇ ਆ। ਅਤੇ ਸਮਵੇਅਰ ਵੀ ਹੈਵ ਸਟਿਲ ਫੋਰਗੋਟਨ ਕਿ ਜਿਹੜੇ ਸਿੱਖ ਹਾਲੇ ਵੀ ਉੱਥੇ ਰਹਿ ਗਏ ਨੇ ਉਹ ਕਿੱਦਾਂ ਗੁਰਦੁਆਰੇ ਦੇ ਵਿੱਚ ਦੀਵਾਨ ਲਾ ਰਹੇ ਨੇ, ਉਹ ਕਿੱਦਾਂ ਉੱਥੇ ਮਹਾਰਾਜ ਦੇ ਸਰੂਪ ਦੀ ਪ੍ਰੋਟੈਕਸ਼ਨ ਕਰ ਰਹੇ ਨੇ, ਕਿੱਦਾਂ ਦੀ ਮੁਸ਼ਕਿਲਾਂ ਉਹਨਾਂ ਨੂੰ ਅੱਜ ਆ ਰਹੀਆਂ ਹੋਣੀਆਂ ਇਨ ਜਸਟ ਪ੍ਰੈਕਟਿਸਿੰਗ ਦੇਅਰ ਫੇਥ ਐਜ਼ ਸਿੱਖਸ। ਇਹ ਅਸੀਂ ਕਦੇ ਇਹਦੇ ਬਾਰੇ ਪੌਜ਼ ਕਰਕੇ ਨਹੀਂ ਸੋਚਦੇ ਬਿਕਾਜ਼ ਇਟਸ ਨਾਟ ਕਨਵੀਨੀਐਂਟ ਫॉर ਅਸ, ਹੈ ਨਾ। ਅਤੇ ਤੁਸੀਂ ਦੱਸੋ ਕਿ ਅੱਜ ਦੀ ਡੇਟ ਦੇ ਵਿੱਚ ਇੱਕ ਨੋਰਮਲ ਸਿੱਖ ਉੱਥੇ ਤੁਹਾਡੀ ਕੋਈ ਵੀ ਗੱਲਬਾਤ ਕਿਸੇ ਵੀ ਸਿੱਖ ਦੇ ਨਾਲ ਉੱਥੇ ਹੁੰਦੀ ਆ, ਉੱਥੇ ਗੁਰਦੁਆਰਾ ਰੋਜ਼ ਉਹ ਖੋਲ੍ਹਦੇ ਨੇ, ਉੱਥੇ ਕਿੱਦਾਂ ਲਾਈਫ ਉਹ ਸਪੈਂਡ ਕਰ ਰਹੇ ਨੇ। ਇੰਟਰਵਿਊ ਖਤਮ ਹੋਣ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣੂ ਕਰਾਓ ਕਿ ਉੱਥੇ ਇੱਕ ਨੋਰਮਲ ਸਿੱਖ, ਨੋਰਮਲ ਜਿਹੜੇ ਬੱਚੇ ਨੇ ਉਹ ਕਿੱਦਾਂ ਆਪਣੀ ਲਾਈਫ ਸਪੈਂਡ ਕਰ ਰਹੇ ਨੇ। ਦੇਖੋ, ਅਫਗਾਨਿਸਤਾਨ ਦੇ ਵਿੱਚ ਇੱਕ ਵੱਡੇ ਸੰਘਰਸ਼ ਤੋਂ ਬਾਅਦ 2001 ਜਦੋਂ ਨਾਟੋ ਔਰ ਅਮਰੀਕਨ ਫੌਜਾਂ ਆਈਆਂ ਅਫਗਾਨਿਸਤਾਨ ਵਿੱਚ, ਅਤੇ ਜਨਾਬ ਅਹਿਮਦ ਕਰਜ਼ਈ ਦੇ ਆਉਣ ਨਾਲ ਜਿਨ੍ਹਾਂ ਨੇ ਇੰਡੀਆ ਵਿੱਚ ਪੜ੍ਹਾਈ ਕੀਤੀ ਹੋਈ ਹੈ ਔਰ ਉਹਨਾਂ ਦੇ ਬਹੁਤ ਅੱਛੇ ਰਿਲੇਸ਼ਨ ਹਨ ਇੰਡੀਆ ਨਾਲ, ਖਾਸ ਕਰਕੇ ਸਿੱਖਾਂ ਨਾਲ, ਉਹਨਾਂ ਨੂੰ ਪਤਾ ਸੀ ਕਿ ਸਿੱਖ ਕਿਹੋ ਜਿਹੀ ਕੌਮ ਹੈ। ਉਹਨਾਂ ਨੇ ਨਾ ਕੇਵਲ ਅਫਗਾਨਿਸਤਾਨ ਦੇ ਹਿੰਦੂ ਸਿੱਖਾਂ ਨੂੰ ਕਾਰੋਬਾਰ ਕਰਨ ਲਈ ਇਜਾਜ਼ਤ ਦਿੱਤੀ, ਬਲਕਿ ਉਹਨਾਂ ਦੇ ਕੁਝ ਮੈਂਬਰ ਅਫਗਾਨ ਪਾਰਲੀਮੈਂਟ 'ਚ ਵੀ ਲਿੱਤੇ, ਗ੍ਰੈਂਡ ਅਸੈਂਬਲੀ ਵੀ ਲਿੱਤੇ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਬੀਬੀ ਅਨਾਰਕਲੀ ਕੌਰ ਜੀ, ਉਹਨਾਂ ਯਾਰ ਨੂੰ ਅਵਤਾਰ ਸਿੰਘ ਜੀ ਖਾਲਸਾ, ਰਵੇਲ ਸਿੰਘ ਜੀ, ਅੱਗੇ ਜਾ ਕੇ ਪਾਲ ਸਿੰਘ ਜੀ, ਹੋਰ ਕਾਫੀ ਲੋਕ, ਪ੍ਰੀਤ ਸਿੰਘ ਜੀ ਪੁਨਿਆਨੀ, ਗੰਗਾ ਰਾਮ ਜੀ, ਇਹ ਸਾਰੇ ਲੋਕ ਪਾਰਲੀਮੈਂਟ 'ਚ ਆ ਗਏ ਸਨ। ਅਤੇ ਨਰਿੰਦਰ ਸਿੰਘ ਜੀ ਖਾਲਸਾ, ਉਹਨਾਂ ਦੇ ਭਰਾ ਸੁਰਪਾਲ ਸਿੰਘ ਜੀ, ਮਤਲਬ ਉਹ ਚਾਹੁੰਦਾ ਸੀ ਕਿ ਨਾ ਕੇਵਲ ਸਾਨੂੰ ਸੁਰੱਖਿਆ ਪ੍ਰਦਾਨ ਕਰਨ ਬਲਕਿ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨ ਕਿ ਤੁਸੀਂ ਅਫਗਾਨਿਸਤਾਨ ਦੇ ਮੂਲ ਵਾਸੀ ਹੋ। ਇਹ ਸਮਾਂ ਬੜਾ ਅੱਛਾ ਗੁਜ਼ਰਿਆ ਸੀ ਕਿ ਅਚਾਨਕ 2015 ਤੋਂ ਬਾਅਦ ਫਿਰ ਜਿਹੜੀ ਕਟੜਪੰਥੀ ਸੋਚ ਵਾਲੇ ਲੋਕ ਸਨ ਉਹ ਸਲੋਲੀ ਕਿਉਂਕਿ ਉਸ ਵੇਲੇ 2014 ਵਿੱਚ ਅਮਰੀਕਨ ਫੌਜਾਂ ਦੀ ਗਿਣਤੀ ਘੱਟ ਗਈ, ਅਤੇ ਜਿਵੇਂ ਉਹ ਮਤਲਬ ਇਲਮੰਦ ਕੰਦਾਰ ਇਹਨਾਂ ਜਗ੍ਹਾ 'ਚੋਂ ਨਿਕਲੇ, ਉਹ ਲੋਕ ਫਿਰ ਦੁਬਾਰਾ ਉਹਨਾਂ ਨੇ ਉਹ ਮੋਰਚੇ ਬਣਾ ਲਏ ਅਤੇ ਸਿੱਖਾਂ ਨੂੰ ਅਤੇ ਹਿੰਦੂਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਹੋ ਗਿਆ। 2015-16 ਤੋਂ ਬਾਅਦ ਸਾਡੀ ਹਾਲਤ ਖਰਾਬ ਜੀ ਗਈ। ਮੈਂ ਉਹ ਸਾਰੇ ਹਾਦਸੇ ਜਿਹੜੇ ਸਾਡੇ 'ਤੇ ਹੋਏ ਨੇ, ਕਿਤਨੇ ਲੋਕਾਂ ਨੂੰ ਮਾਰਿਆ ਗਿਆ, ਕਿਹਨਾਂ 'ਤੇ ਅਟੈਕ ਹੋਏ ਨੇ, ਉਹ ਸਾਰੇ ਇਸ ਕਿਤਾਬ ਦੇ ਵਿੱਚ ਹਨ, ਲੋਕ ਪੜ੍ਹਨਗੇ। ਪਰ ਫਿਰ ਵੀ ਲੋਕਾਂ ਨੇ ਇੱਕ ਉਮੀਦ ਸੀ ਕਿ ਚਲੋ ਹਾਲਾਤ ਠੀਕ ਹੋ ਜਾਣਗੇ, ਕਿਉਂਕਿ ਇੱਕ ਜਮਹੂਰੀਅਤ ਜਦੋਂ ਜਿਸ ਦੇਸ਼ ਵਿੱਚ ਆ ਜਾਂਦੀ ਹੈ, ਫੌਜਾਂ ਵੀ ਨਾਤੋਂ ਪਈਆਂ ਨੇ, ਕੁਛ ਨਾ ਕੁਛ ਹੋ ਜਾਏਗਾ। ਪਰ ਅਨਫੋਰਚੂਨੇਟਲੀ ਇੱਕ ਡਰਾਮੈਟਿਕ ਸ਼ਕਲ ਨਾਲ ਤਾਲਿਬਾਨ ਫਿਰ ਦੁਬਾਰਾ ਅਫਗਾਨਿਸਤਾਨ ਵਿੱਚ ਆ ਗਏ 15 ਅਗਸਤ 2021 ਨੂੰ। ਇਸ ਦੇ ਆਉਣ ਨਾਲ ਨਾ ਸਾਰੇ ਲੋਕ ਚਿੰਤਤ ਹੋ ਗਏ, ਕਿਉਂਕਿ ਉਹਨਾਂ ਨੂੰ ਉਹ ਪੁਰਾਣੇ ਦਿਨ ਯਾਦ ਆ ਗਏ ਜਿਹੜੇ ਉਹ 1996 ਤੋਂ ਲੈ ਕੇ 2001 ਦੇ ਦਿਨ ਸਨ। ਹਰ ਆਦਮੀ ਘਬਰਾ ਰਿਹਾ ਸੀ ਕੀ ਹੋਏਗਾ, ਹਾਲਾਂਕਿ ਤਾਲਿਬਾਨ ਬਾਰ ਲੋਕਾਂ ਨੂੰ ਇਹ ਵਿਸ਼ਵਾਸ ਦਿਲਾ ਰਹੇ ਸਨ ਕਿ ਅਸੀਂ ਉਹ ਪੁਰਾਣੇ ਤਾਲਿਬ ਨਹੀਂ ਹਾਂ, ਸਾਡੀ ਸੋਚ ਨਵੀਂ ਹੈ, ਅਸੀਂ ਜ਼ਨਾਨੀਆਂ ਨੂੰ ਵੀ ਕੰਮ ਕਰਨ ਦੀ ਇਜਾਜ਼ਤ ਦੇਵਾਂਗੇ, ਸਾਰਿਆਂ ਨੂੰ ਸਰਕਾਰ ਵੀ ਨਾਲ ਲਵਾਂਗੇ, ਸਾਰਿਆਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਾਂਗੇ। ਔਰ ਉਹ ਸਿੱਖਾਂ ਨੂੰ ਜਾ ਕੇ ਮਿਲੀ ਵੀ ਸਨ ਗੁਰਦੁਆਰੇ ਵਿੱਚ ਕਿ ਤੁਸੀਂ ਨਿਸ਼ਚਿੰਤ ਹੋ ਕੇ ਸ਼ਰੀਆ ਉਸੂਲਾਂ ਦੇ ਅਧੀਨ ਰਹਿ ਸਕਦੇ ਹੋ। ਪਰ ਅਨਫੋਰਚੂਨੇਟਲੀ ਅੱਜ 8-9 ਮਹੀਨੇ ਹੋ ਗਏ ਨੇ, ਪ੍ਰੈਕਟੀਕਲ 'ਚ ਕੁਛ ਉਹ ਚੀਜ਼ ਨਜ਼ਰ ਨਹੀਂ ਆ ਰਹੀ ਹੈ। ਦੁੱਖ ਤਾਂ ਹੈ, ਕਿਉਂਕਿ ਇਸ ਵੇਲੇ ਮੈਂ ਆਪਣੀ ਇਹ ਕਿਤਾਬ ਜਿਹੜੀ ਸਾਥੀ ਸਾਹਿਬ ਦੇ ਨਾਲ 5ਵਾਂ ਭਾਗ ਲਿਖਿਆ ਸੀ, ਇਤਿਹਾਸ ਖਾਲਸਾ ਦੀਵਾਨ, ਉਸ ਦੇ ਵਿਚਕਾਰ ਅਸੀਂ ਉਸ ਸਮੇਂ 65 ਗੁਰਦੁਆਰਿਆਂ ਦਾ ਜ਼ਿਕਰ ਕੀਤਾ ਸੀ। ਪਰ ਮੇਰੀਆਂ ਨਵੀਆਂ ਖੋਜਾਂ ਵਿੱਚ ਇਸ ਸਮੇਂ 108 ਅਫਗਾਨਿਸਤਾਨ ਦੇ ਵਿਚਕਾਰ ਅਸਥਾਨ ਗੁਰਦੁਆਰੇ, ਗੁਰੂ ਸਿੰਘ ਸਭਾ, ਸਰੋਵਰ ਸਾਹਿਬ, ਗੁਰੂ ਨਾਨਕ ਸਾਹਿਬ ਜੀ ਦੀਆਂ ਯਾਦਾਂ, ਗੁਰੂ ਗੋਬਿੰਦ ਸਾਹਿਬ ਜੀ ਦੀਆਂ ਯਾਦਾਂ, ਬਾਬਾ ਸ੍ਰੀ ਚੰਦ ਸਾਹਿਬ ਜੀ ਦੀਆਂ ਯਾਦਾਂ, ਭਾਈ ਮਰਦਾਨਾ ਜੀ ਦੀ ਯਾਦ, ਇਹ ਸਾਰੀਆਂ ਉਸ ਕਿਤਾਬ ਵਿੱਚ ਜ਼ਿਕਰ ਹਨ। 108 ਮਤਲਬ ਸਾਰੇ ਅਸਥਾਨ ਹਨ ਜੋ ਇਸ ਵੇਲੇ ਜ਼ਿਆਦਾਤਰ ਕੈਪਚਰ ਹੋ ਚੁੱਕੇ ਹਨ, ਕਿਉਂਕਿ ਉਹ ਪਿੰਡਾਂ ਵਿੱਚ ਹਨ ਜਿੱਥੇ ਸਰਕਾਰ ਦੀ ਪਹੁੰਚ ਵੀ ਨਹੀਂ ਹੈਗੀ। ਜਿਹੜੇ ਸ਼ਹਿਰਾਂ ਦੇ ਵਿੱਚ ਗੁਰਦੁਆਰੇ ਹਨ ਉਹ ਕੁਝ ਖਾਸ ਜਗ੍ਹਾ ਦੇ ਵਿੱਚ, ਜਿਸ ਤਰ੍ਹਾਂ ਜਲਾਲਾਬਾਦ ਦਾ ਗੁਰਦੁਆਰਾ ਹੈ, ਖੁੱਲ੍ਹਾ ਹੈ, ਪਰ ਉਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨਹੀਂ ਹਨ। ਸਾਰੇ ਅਫਗਾਨਿਸਤਾਨ ਦੇ ਵਿਚਕਾਰ ਜਦੋਂ ਮੈਂ ਹਿਸਟਰੀ ਲਿਖੀ ਸੀ,
ਸ਼ੁਰੂ ਕੀਤੀ ਸੀ ਤੇ ਪ੍ਰੋਫੈਸਰ ਗੰਡਾ ਸਿੰਘ ਜੀ ਦੀ ਕਿਤਾਬ ਤੇ ਬੁਨਿਆਦ ਤੇ 400 ਤੋਂ ਜ਼ਿਆਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਅਫਗਾਨਿਸਤਾਨ ਵਿੱਚ ਸਨ। ਔਰ ਅਫਗਾਨਿਸਤਾਨ ਗੁਰਦੁਆਰਿਆਂ ਦੀ ਗਿਣਤੀ ਕਰਕੇ ਦੁਨੀਆ ਦੇ 6ਵੇਂ ਨੰਬਰ ਤੇ ਆ ਰਿਹਾ ਹੈ। ਮੇਰੀ ਪਿਛਲੀ ਕਿਤਾਬ ਇੱਥੇ ਜਿਹੜੀ ਮੈਂ ਲਿਖੀ ਹੈ 7ਵੇਂ ਨੰਬਰ ਤੇ ਸੀ, ਕਿਉਂਕਿ ਉੱਥੇ ਮੈਂ 64 ਗੁਰਦੁਆਰੇ ਦਾ ਜ਼ਿਕਰ ਕੀਤਾ ਸੀ 65। ਪਰ ਬਾਅਦ ਵਿੱਚ ਜਦੋਂ ਰਿਸਰਚਾਂ ਕੀਤੀਆਂ ਤੇ ਗੁਰੂ ਨਾਨਕ ਦੀਆਂ ਹੋਰ ਜ਼ਿਆਦਾ ਮਿਲੀਆਂ, ਉਹ ਕੁੱਲ ਮਿਲਾ ਕੇ ਇਸ ਵੇਲੇ ਅਫਗਾਨਿਸਤਾਨ ਦੁਨੀਆ ਵਿੱਚ ਪਾਕਿਸਤਾਨ, ਇੰਡੀਆ, ਕੈਨੇਡਾ, UK ਅਤੇ ਅਮਰੀਕਾ ਤੋਂ ਬਾਅਦ 6ਵੇਂ ਨੰਬਰ ਤੇ ਆ ਰਿਹਾ, ਜਿਸ ਇਤਨੇ ਜ਼ਿਆਦਾ ਗੁਰਦੁਆਰੇ ਹਨ। ਹੁਣ ਇਸ ਵੇਲੇ ਸਿਰਫ ਔਰ ਸਿਰਫ ਇੱਕੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਗੁਰੂ ਸਿੰਘ ਸਭਾ ਕਾਰ ਤੇ ਪਰਵਾਨ ਵਿੱਚ ਸ਼ੋਭਤ ਹੈ, ਜਿੱਥੇ ਸੰਗਤਾਂ ਰਫਲੀ 153 ਬੰਦਿਆਂ ਦੀ ਲਿਸਟ ਮੇਰੇ ਕੋਲ ਹੈਗੀ, ਜਿਸ ਵਿੱਚ 123 ਸਿੱਖ ਨੇ ਔਰ 50 ਬੰਦੇ ਸਾਡੇ ਹਿੰਦੂ ਸਮਾਜ ਨਾਲ ਜੁੜੇ ਹਨ, ਜਿਸ ਵਿੱਚ ਕੁਝ ਸਹਿਜਧਾਰੀ ਨੇ ਤੇ ਕੁਝ ਫਰੰਟੀਅਰ ਹਿੰਦੂ ਨੇ। ਸੋ ਇਹ ਕੁੱਲ ਮਿਲਾ ਕੇ ਇਹ ਸਵੇਰੇ ਆਉਂਦੇ ਨੇ ਗੁਰਦੁਆਰੇ, ਉੱਥੇ ਅਰਦਾਸ ਕਰਕੇ ਕੁਝ ਗੁਰਦੁਆਰੇ ਰਹਿੰਦੇ ਨੇ, ਕੁਝ ਗੁਰਦੁਆਰੇ ਦੇ ਆਸ-ਪਾਸ ਜਿਹੜੇ ਘਰ ਨੇ ਉਸ ਵਿੱਚ ਰਹਿ ਰਹੇ ਨੇ। ਬਾਕੀ ਅਗਰ ਅਸੀਂ ਇਤਿਹਾਸ ਨੂੰ ਦੇਖੀਏ, 2,20,000 ਦੀ ਆਬਾਦੀ ਅਫਗਾਨਿਸਤਾਨ ਦੀ 1880 ਤੋਂ ਪਹਿਲੇ, ਉਸ ਤੋਂ ਬਾਅਦ ਘਟਦੀ ਉਹ 123 ਜਾਂ 153 ਬੰਦਿਆਂ ਤੱਕ ਪਹੁੰਚਦੀ ਹੈ, ਜੋ ਬੜੀ ਸ਼ਰਮ ਦੀ ਗੱਲ ਹੈ। ਇੱਕ ਮੁਲਕ ਦੇ ਵਿਚਕਾਰ ਜੋ ਮੁਲਕ ਹਿੰਦੂ ਤੇ ਬੋਧੀਆਂ ਦਾ ਧਰਮ ਸੀ, ਅੱਜ ਉਹ ਇਸ ਗਿਣਤੀ ਨਾਲ ਰਹਿ ਰਹੇ ਨੇ। ਸ਼ਾਇਦ ਬੜੀ ਦੁੱਖ ਦੀ ਗੱਲ ਹੈ। ਬੜੀਆਂ ਕਠਿਨਾਈਆਂ ਹਨ ਉਹਨਾਂ ਵਾਸਤੇ। ਉਹ ਇਸ ਤਰ੍ਹਾਂ ਰਹਿ ਰਹੇ ਨੇ ਜਿਸ ਤਰ੍ਹਾਂ 32 ਦੰਦਾਂ ਵਿੱਚ ਜ਼ਬਾਨ ਰਹਿ ਰਹੀ। ਅਸੀਂ ਵੀ ਚਿੰਤਤ ਹਾਂ, ਪਰ ਅਫਸੋਸ ਕਿ ਕੁਝ ਕਰ ਨਹੀਂ ਪਾ ਰਹੇ। ਬਾਹਰ ਬੈਠ ਕੇ ਅਸੀਂ ਸਿਰਫ ਆਵਾਜ਼ ਹੀ ਉਠਾ ਰਹੇ ਹਾਂ। ਤੁਹਾਡਾ ਫਿਰ ਵੀ ਧੰਨਵਾਦ, ਤੁਸੀਂ ਕਈ ਵਾਰੀ ਸਿੱਖ ਚੈਨਲ 'ਤੇ ਸਾਡੀ ਆਵਾਜ਼ ਉਠਾਈ ਹੈ। ਔਰ ਮੈਂ ਉਮੀਦ ਕਰਦਾ ਹਾਂ ਕਿ ਸਿੱਖ ਜਥੇਬੰਦੀਆਂ ਜਿਤਨੀਆਂ ਵੀ ਹੈਗੀਆਂ, ਅਕਾਲ ਤਖਤ ਸਾਹਿਬ ਜੀ ਨੇ ਉੱਥੇ, ਉਹ ਨਾਲ ਉਹਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ, ਸਾਡੀਆਂ ਆਪਣੀਆਂ ਅਫਗਾਨ ਸੰਬੰਧਿਤ ਬਹੁਤ ਸਾਰੀਆਂ ਸੁਸਾਇਟੀਆਂ ਹਨ ਦਿੱਲੀ ਵਿੱਚ, ਸਾਡੇ 8-10 ਗੁਰਦੁਆਰੇ ਦਿੱਲੀ ਵਿੱਚ ਹਨ, ਉਹਨਾਂ ਦੀਆਂ ਇੱਥੇ ਲੰਡਨ ਵਿਖੇ ਸਾਡੇ ਕੋਲ 3 ਗੁਰਦੁਆਰੇ ਹਨ ਫਿਲਹਾਲ। ਇਹਨਾਂ ਦੀਆਂ ਮੈਨੇਜਮੈਂਟ ਕਮੇਟੀਆਂ ਹਨ, ਜੋ ਬੜੇ ਪੜ੍ਹੇ ਲਿਖੇ ਸਿਆਣੇ ਲੋਕ ਹਨ। ਇਹ ਸਾਰਿਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਹੈ। ਸਾਡੇ ਕੋਲ ਆਸਾ ਮਾਈ ਮੰਦਰ ਹੈ, ਉਹਨਾਂ ਦੇ ਮੈਂਬਰਸ ਹਨ, ਉਹ ਵੀ ਸਾਰੇ ਸਮਝਦਾਰ ਪੜ੍ਹੇ ਲਿਖੇ ਹਨ। ਸਵਾਲ ਹੋਣੇ ਉੱਠਦਾ ਕਿ ਜਦ ਤੱਕ ਅਸੀਂ ਸਾਰੇ ਇੱਕ ਮੁੱਠ ਨਹੀਂ ਹੋਵਾਂਗੇ ਤੇ ਇੱਕ ਪ੍ਰੋਜੈਕਟ ਨਹੀਂ ਬਣਾਵਾਂਗੇ ਕਿ ਅਸੀਂ ਜਾ ਕੇ ਕੀ ਕਰਨਾ ਹੈ ਬਾਕੀ ਜਿਹੜੇ ਲੋਕ ਉੱਥੇ ਰਹਿ ਗਏ ਨੇ। ਖੁਸ਼ੀ ਦੀ ਗੱਲ ਫਿਰ ਵੀ ਹੈ ਕਿ ਕੁਝ ਲੋਕ ਜਿਹੜੇ ਹੈਲਮੰਦ ਪ੍ਰਾਂਤ ਤੋਂ ਗਏ ਸਨ, ਉਹਨਾਂ 'ਚੋਂ 200 ਤੋਂ ਜ਼ਿਆਦਾ ਲੋਕ ਕੈਨੇਡਾ ਪਹੁੰਚਾਏ ਗਏ। ਔਰ ਵਿਦਿਨ ਪਿਛਲੇ ਸਾਲ 35 ਪਰਿਵਾਰਾਂ 'ਚੋਂ ਬਹੁਤ ਘੱਟ ਲੋਕ ਗਏ ਸਨ, ਪਰ ਹੁਣ ਜੋ 4 ਕੈਟੇਗਰੀ 'ਚ ਗਏ ਹਨ, ਉਹਨਾਂ ਦੀ ਗਿਣਤੀਆਂ, ਉਹਨਾਂ ਦੇ ਸਭ ਕੁਝ ਮੇਰੀ ਕਿਤਾਬ ਵਿੱਚ, ਉਹਨਾਂ ਦੀਆਂ ਫੋਟੋਆਂ ਜੋ ਪਹੁੰਚ ਗਏ ਹਨ। ਔਰ ਦੂਸਰੀ ਖੁਸ਼ੀ ਦੀ ਗੱਲ ਇਹ ਹੈ ਕਿ ਪਹਿਲੇ ਜਿਹੜੀ ਇੱਕ ਫਾਊਂਡੇਸ਼ਨ ਬਣੀ ਸੀ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਕੈਨੇਡਾ ਵਿੱਚ, ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਜਿਹੜੇ ਹੈਲਮੰਦ ਪ੍ਰਾਂਤ ਤੋਂ 206 ਬੰਦੇ ਜਿਹੜੇ ਮਾਈਗ੍ਰੇਟ ਹੋਏ, ਉਹਨਾਂ ਨੂੰ ਅਸੀਂ ਕੈਨੇਡਾ ਪਹੁੰਚਾਵਾਂਗੇ। ਪਰ ਹੁਣ ਪਰਸੋਂ ਮੈਨੂੰ ਇੱਕ ਖਬਰ ਪਹੁੰਚੀ, ਬਹੁਤ ਅੱਛੀ ਖੁਸ਼ਖਬਰੀ ਹੈ ਕਿ ਉਹ 206 ਤੱਕ ਪਹੁੰਚ ਗਏ ਨੇ, ਜਿਹੜੇ 2018 ਤੋਂ ਬਾਅਦ ਸ਼ਹੀਦ ਪਰਿਵਾਰ ਤੇ 25 ਮਾਰਚ 2020 ਦੇ ਲੋਕ ਜਿਹੜੇ ਇੰਡੀਅਨ ਪਹੁੰਚੇ ਨੇ, ਉਸ ਵਿੱਚੋਂ 10 ਪਰਿਵਾਰਾਂ ਦੇ ਵੀ ਫਿੰਗਰਪ੍ਰਿੰਟਸ ਹੋ ਗਏ ਨੇ ਤੇ ਉਮੀਦ ਕੀਤੀ ਜਾਂਦੀ ਹੈ ਇਹ ਸ਼ਹੀਦ ਪਰਿਵਾਰ ਵੀ ਉੱਥੇ ਪਹੁੰਚ ਜਾਣਗੇ। ਜੀ ਕਾਫੀ ਦੁੱਖ ਭਰੇ ਇੰਸੀਡੈਂਟਸ ਵੀ ਨੇ, ਲੇਕਿਨ ਕਈ ਵਾਰ ਇਹਨਾਂ ਦੇ ਵਿੱਚ ਕੁਝ ਖੁਸ਼ਖਬਰੀਆਂ ਜਿੱਦਾਂ ਤੁਸੀਂ ਦੱਸੀਆਂ ਉਹ ਵੀ ਆ ਜਾਂਦੀਆਂ ਨੇ। ਸੋ ਇਸੇ ਤਰੀਕੇ ਨਾਲ ਜਿਹੜੀ ਜ਼ਿੰਦਗੀ ਆ ਬਤੀਤ ਹੁੰਦੀ ਜਾ ਰਹੀ ਹੈ, ਜਿਹੜੇ ਕਿ ਅਸੀਂ ਜਿਨ੍ਹਾਂ ਨੂੰ ਕਹਿੰਦੇ ਹਾਂ ਅਫਗਾਨੀ ਸਿੱਖਸ। ਇਹ ਉਹ ਸਿੱਖਸ ਨੇ ਜਿਨ੍ਹਾਂ ਨੇ ਅਫਗਾਨਿਸਤਾਨ ਦੇ ਵਿੱਚ ਜਨਮ ਲਿੱਤਾ, ਉੱਥੇ ਸਿੱਖੀ ਨੂੰ ਕਾਇਮ ਰੱਖਿਆ। ਐਂਡ ਬਹੁਤ ਈਜ਼ੀ ਆ ਸਾਡੇ ਵਾਸਤੇ ਸਾਧ ਸੰਗਤ ਜੀ ਇਹਨਾਂ ਮੁਲਕਾਂ ਦੇ ਵਿੱਚ ਰਹਿਣਾ, ਜਿੱਥੇ ਕਿ ਫਰੀਡਮ ਆਫ ਰਿਲੀਜਨ, ਫਰੀਡਮ ਆਫ ਫੋਲੋਇੰਗ ਐਨੀ ਫੇਥ ਹੈਗੀ ਆ ਸਾਨੂੰ। ਅਸੀਂ ਕਿਸੇ ਵੀ ਦਿਨ ਉੱਠ ਕੇ ਗੁਰਦੁਆਰੇ ਜਾ ਸਕਦੇ ਹਾਂ, ਆਪਣਾ ਫੇਥ ਜਿਹੜਾ ਹੈ ਪ੍ਰੈਕਟਿਸ ਕਰ ਸਕਦੇ ਹਾਂ। ਪਰ ਸਲਾਮ ਹੈ ਇਹੋ ਜਿਹੀ ਕਮਿਊਨਿਟੀਜ਼ ਨੂੰ ਜਿਹੜੇ ਕਿ ਇੰਨੇ ਡਰ, ਇੰਨੀ ਸਪਰੈਸ਼ਨ ਤੋਂ ਬਾਅਦ ਵੀ ਉਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਆਪਣੀ ਸਿੱਖੀ ਨੂੰ ਕਾਇਮ ਰੱਖ ਰਹੇ ਨੇ। ਉਹਨਾਂ ਨੇ ਇੰਨੇ ਸਾਲਾਂ ਤੱਕ ਜਿਹੜਾ ਹੈ ਆਪਣੀ ਸਿੱਖੀ ਨੂੰ ਉੱਥੇ ਕਾਇਮ ਰੱਖਿਆ, ਆਪਣੇ ਹਿਸਟਰੀ ਨੂੰ ਉੱਥੇ ਪ੍ਰੋਟੈਕਟ ਰੱਖਿਆ। ਅਤੇ ਅੱਜ ਵੀ ਅਸੀਂ ਸੋਚ ਵੀ ਨਹੀਂ ਸਕਦੇ ਕਿੱਦਾਂ ਦੇ ਡਰ ਤੋਂ ਨਿਕਲ ਕੇ ਉਹ ਫਿਰ ਵੀ ਉੱਥੇ ਸਾਡੇ ਗੁਰਦੁਆਰਿਆਂ ਦੀ ਜਿਹੜੀ ਆ ਉੱਥੇ ਸੇਵਾ ਕਰ ਰਹੇ ਨੇ। ਮਹਾਰਾਜ ਦਾ ਹੁਣ ਇੱਕ ਸਰੂਪ ਜਿਹੜੇ ਨੇ ਗੁਰਦੁਆਰਾ ਕਰਤੇ ਪਰਵਾਨ ਦੇ ਵਿੱਚ ਅੱਜ ਵੀ ਨੇ। ਅਤੇ ਬਹੁਤ ਬਹੁਤ ਧੰਨਵਾਦ ਆ ਉਹਨਾਂ 100 ਸਿੱਖਾਂ ਦਾ ਜਿਹੜਾ ਕਿ ਡਟ ਕੇ ਮੁਕਾਬਲਾ ਕਰ ਰਹੇ ਨੇ ਹਰ ਇੱਕ ਉਸ ਅਪਰੈਸ਼ਨ ਦਾ ਜਿਹਨਾਂ ਦੇ ਉੱਤੇ ਕੀਤਾ ਜਾਂਦਾ ਆ। ਅਤੇ ਇਹ ਹੈਗੇ ਨੇ ਸਾਡੇ ਨਾਲ ਡਾਕਟਰ ਜੋਗਿੰਦਰ ਸਿੰਘ ਤੇਜ ਖੁਰਾਨਾ ਜੀ, ਜਿਨ੍ਹਾਂ ਦੇ ਵੱਲੋਂ
ਕਿਤਾਬਾਂ ਲਿਖੀਆਂ ਗਈਆਂ ਨੇ, ਭੁੱਲੀਆਂ ਬਿਸਰੀਆਂ ਯਾਦਾਂ ਦੇ ਝਰੋਖੇ, ਇਹ ਸਾਰੀ ਬੁੱਕਸ ਜਿਹੜੀਆਂ ਨੇ ਇਹ ਸੇਵਾ ਇਹਨਾਂ ਨੇ ਕੀਤੀ ਆ, ਫ੍ਰੀ ਆਫ ਕਾਸਟ ਨੇ। ਬਸ ਤੁਸੀਂ ਜਾਣ ਤੋਂ ਪਹਿਲਾਂ ਲਾਸਟ ਦੇ ਵਿੱਚ ਸਾਡੀ ਸੰਗਤਾਂ ਨੂੰ, ਸਿੱਖ ਚੈਨਲ ਦੇਖ ਰਹੀ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਡਾਕਟਰ ਜੀ? ਅਤੇ ਜਾਂਦੇ ਜਾਂਦੇ ਤੁਸੀਂ ਇਹ ਵੀ ਦੱਸ ਦਿਓ ਦੈਟ ਇਫ ਸਮਬਡੀ ਵਾਂਟਸ ਟੂ ਰੀਡ ਥੀਸ ਬੁੱਕਸ ਅਤੇ ਉਹ ਕਿੱਥੇ ਐਕਸੈਸ ਕਰ ਸਕਦੇ ਨੇ, ਕਿੱਥੋਂ ਇਹ ਬੁੱਕਸ ਜਿਹੜੀਆਂ ਨੇ ਆਰਡਰ ਕਰਾ ਸਕਦੇ ਨੇ? ਸਭ ਤੋਂ ਪਹਿਲੇ ਮੈਂ ਇੱਕ ਵਾਰੀ ਫਿਰ ਸਿੱਖ ਚੈਨਲ ਦਾ ਔਰ ਤੁਹਾਡਾ ਗੁਰਪ੍ਰੀਤ ਕੌਰ ਜੀ ਧੰਨਵਾਦ ਕਰਦਾ ਤਹਿ ਦਿਲੋਂ ਕਿ ਤੁਸੀਂ ਮੈਨੂੰ ਸਮਾਂ ਦਿੱਤਾ ਅੱਜ ਕਿ ਮੈਂ ਆਪਣੀ ਕਿਤਾਬ ਬਾਰੇ, ਆਪਣੇ ਮੁਲਕ, ਆਪਣੇ ਦੇਸ਼, ਆਪਣੇ ਲੋਕਾਂ ਬਾਰੇ ਜੋ ਜਾਣਕਾਰੀਆਂ ਮੈਨੂੰ ਪ੍ਰਾਪਤ ਹਨ ਉਹ ਆਪ ਜੀ ਨਾਲ ਸਾਂਝੀਆਂ ਕਰ ਸਕਾਂ। ਪਰ 2500 ਸਫ਼ਿਆਂ ਦੀ ਲਿਖੀ ਗਈ ਕਿਤਾਬ 1 ਘੰਟੇ ਵਿੱਚ ਖਤਮ ਨਹੀਂ ਹੁੰਦੀ। ਮੈਂ ਉਮੀਦ ਕਰਦਾ ਕਿ ਮੈਂ ਆਉਣ ਵਾਲੇ ਕੁਝ ਸਮੇਂ ਵਿੱਚ ਸਿੱਖ ਚੈਨਲ ਨਾਲ ਕੰਟੈਕਟ ਕੀਤੀ ਰਹਾਂ ਔਰ ਕੁਝ ਐਸੇ ਐਪੀਸੋਡ ਬਣਾਏ ਜਾਣ ਜਿਸ ਵਿੱਚ ਮੈਂ ਹਰ ਟੌਪਿਕ 'ਤੇ ਅਲੱਗ-ਅਲੱਗ ਡਿਸਕਸ਼ਨ ਕਰਕੇ ਲੋਕਾਂ ਤੱਕ ਇਹ ਜਾਣਕਾਰੀਆਂ ਪਹੁੰਚਾ ਸਕਾਂ, ਕਿਉਂਕਿ ਕਿਤਾਬ ਪੜ੍ਹਨਾ ਅੱਜ ਕੱਲ੍ਹ ਬੜਾ ਮੁਸ਼ਕਿਲ ਹੈ। ਕਾਫੀ ਲੋਕਾਂ ਨੂੰ ਸਮਾਂ ਵੀ ਨਹੀਂ ਹੈਗਾ, ਪਰ ਸੁਣ ਲੈਂਦੇ ਨੇ ਲੋਕ। ਅਤੇ ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਮੈਂ ਐਪੀਸੋਡ ਦਰ ਐਪੀਸੋਡ ਕੁਝ ਚੀਜ਼ਾਂ ਤੁਹਾਡੇ ਨਾਲ ਸੈੱਟ ਕਰਕੇ ਅਤੇ ਉਹ ਸਿੱਖ ਚੈਨਲ 'ਤੇ ਲੋਕਾਂ ਤੱਕ ਪਹੁੰਚਾਈਆਂ ਜਾਣ। ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਤਾਬ ਬਾਰੇ ਮੈਂ ਦੱਸ ਦੇਵਾਂ, ਕਿਤਾਬ ਫ੍ਰੀ ਆਫ ਚਾਰਜ ਹੈ। ਜਿਹੜੇ ਲੋਕ ਦਿੱਲੀ ਵਿੱਚ ਰਹਿੰਦੇ ਨੇ ਉਹ ਖਾਲਸਾ ਦੀਵਾਨ ਭਵਨ, ਜੋ ਖਾਲਸਾ ਦੀਵਾਨ ਵੈਲਫੇਅਰ ਸੁਸਾਇਟੀ, ਜੋ ਗਰੁੱਪਸ ਆਫ ਖਾਲਸਾ ਦੀਵਾਨ ਹੈਗਾ, ਜਿੱਥੇ ਇੱਥੇ ਚੈਰਿਟੀ ਖਾਲਸਾ ਦੀਵਾਨ ਅਫਗਾਨਿਸਤਾਨ UK ਹੈ, ਉੱਥੇ ਜਾ ਕੇ ਕਿਤਾਬਾਂ ਲੈ ਸਕਦੇ ਹਨ। ਫ੍ਰੀ ਆਫ ਕਾਸਟ ਹੈ, ਕੋਈ ਇੱਕ ਪੈਸਾ ਵੀ ਨਹੀਂ ਲਿੱਤਾ ਜਾਏਗਾ। ਪਰ ਜਿਹੜੇ ਲੋਕ ਬਾਹਰ ਦੇ ਮੁਲਕਾਂ ਵਿੱਚ ਰਹਿੰਦੇ ਹਨ, ਜਿਵੇਂ ਯੂਰਪ ਵਿੱਚ, UK ਵਿੱਚ, ਕੈਨੇਡਾ, ਅਮਰੀਕਾ, ਉਹ ਅਗਰ ਕਿਤਾਬਾਂ ਮੰਗਵਾਉਣਾ ਚਾਹਣ ਤਾਂ ਉਹ ਖਾਲਸਾ ਦੀਵਾਨ ਭਵਨ ਵਿੱਚ ਸਰਦਾਰ ਨਰਿੰਦਰ ਸਿੰਘ ਜੀ ਨਾਗਪਾਲ ਜੀ ਨਾਲ ਮਿਲ ਸਕਦੇ ਹਨ। ਉਹਨਾਂ ਦਾ ਫ਼ੋਨ ਨੰਬਰ ਵੀ ਅਸੀਂ ਬਾਅਦ ਵਿੱਚ ਪਾ ਦਿਆਂਗੇ ਇੱਥੇ। ਉਹਨਾਂ ਨਾਲ ਕੰਟੈਕਟ ਕਰਨ। ਸਿਰਫ ਅਸੀਂ ਇਤਨਾ ਬੇਨਤੀ ਕਰਦੇ ਹਾਂ ਕਿ ਉਹ ਪੋਸਟਲ ਖਰਚਾ ਉਹਨਾਂ ਨੂੰ ਕਰਨਾ ਪਏਗਾ। ਕਿਤਾਬਾਂ 4 ਕਿਤਾਬਾਂ ਫਿਲਹਾਲ ਛਪ ਚੁੱਕੀਆਂ ਨੇ। ਉਮੀਦ ਕਰਦਾ ਕਿ ਦਸੰਬਰ ਤੱਕ 3 ਹੋਰ ਵੀ ਛਪ ਜਾਣਗੀਆਂ ਅਤੇ ਇਹ 4 ਕਿਤਾਬਾਂ ਉੱਥੋਂ ਫ੍ਰੀ ਆਫ ਕਾਸਟ ਲੈ ਸਕਦੇ ਨੇ। ਸਿਰਫ ਉਹਨਾਂ ਨੂੰ ਪੋਸਟਲ ਖਰਚਾ ਦੇਣਾ ਪਏਗਾ। ਸੋ ਮੇਰੀ ਬੇਨਤੀ ਹੈ ਕਿ ਐਕਚੁਅਲੀ ਮੈਂ ਇਹ ਕਿਤਾਬ ਆੜੇ ਅਫਗਾਨ ਲੋਕਾਂ ਵਾਸਤੇ ਨਹੀਂ ਲਿਖੀ, ਮੈਂ ਬਲਕਿ ਸਾਰੇ ਉਹਨਾਂ ਲੋਕਾਂ ਵਾਸਤੇ ਲਿਖੀ ਹੈ ਜਿਨ੍ਹਾਂ ਨੂੰ ਦਿਲਚਸਪੀ ਹੈ ਅਫਗਾਨਿਸਤਾਨ ਦੇ ਇਤਿਹਾਸ ਨੂੰ ਸਮਝਣ ਲਈ। ਮੈਂ ਬੇਨਤੀ ਕਰਨਾ ਸਾਰੇ ਆਪਣੇ ਪੰਜਾਬੀ ਵੀਰਾਂ ਤੋਂ ਵੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ, ਜਿਤਨੇ ਵੀ ਗੁਰਦੁਆਰੇ UK ਵਿੱਚ, ਬਰਮਿੰਘਮ, ਮੈਨਚੈਸਟਰ ਹੈਗੇ, ਉਹ ਇਹ ਕਾਪੀਆਂ ਲੈ ਕੇ ਰੱਖਣ ਗੁਰਦੁਆਰੇ ਵਿੱਚ, ਲੋਕ ਆ ਕੇ ਪੜ੍ਹਨ। ਔਰ ਜਦੋਂ ਅਸੀਂ ਇੱਕ ਅਲੱਗ ਐਪੀਸੋਡਾਂ 'ਚ ਪ੍ਰੋਗਰਾਮ ਸ਼ੁਰੂ ਕਰਾਂਗੇ, ਅਸੀਂ ਫ਼ੋਨ ਵੀ ਰੱਖਾਂਗੇ, ਲੋਕ ਕਰ ਸਕਣਗੇ ਕਿ ਸਵਾਲ ਵੀ ਕਰਨ। ਹੋ ਸਕਦਾ ਕੁਝ ਗਲਤੀਆਂ ਮੇਰੇ ਕੋਲ ਹੋਣਗੀਆਂ, ਉਹ ਵੀ ਸੁਧਰ ਜਾਣਗੀਆਂ। ਸੋ ਮੇਰੀ ਬੇਨਤੀ ਹੈ ਕਿ ਪਿਆਰ ਨਾਲ ਇਹ ਕਿਤਾਬ ਪੜ੍ਹੋ, ਆਪ ਵੀ ਪੜ੍ਹੋ, ਆਪਣੇ ਬੱਚਿਆਂ ਨੂੰ ਵੀ ਪੜ੍ਹਾਓ। ਤੁਹਾਡਾ ਇਹ ਧੰਨਵਾਦ ਇੱਕ ਵਾਰੀ ਫਿਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।